एक ओंकार सतनाम पुरख निर्भौ निर्वैर अकाल मूरत आयुनी सैभं गुर प्रसाद जप आद सच जुगाद सच है भी सच नानक होसी भी सच एक ओंकार सतनाम करता पुरख निर्भौ निर्वैर अकाल मूरत अजूनी सैभ गुर प्रसाद जप आद सच जुगाद सच है भी सच नानक होसी भी सच। हरख अनंत सोगनी बिया हरख अनंत सोगनी बिया सो घर गुरु नानक को दिया। गुरु साहब दा हुक्मनामा सी जदों हुण अंदरों मत्था टेक के असीं आए मां संपड़ पाठ चल रहा है। गुरु नानक साहब प्रतख बैठे इस धरती दे विच पत्थर ने इन्ना च तुसीं बोर मारो पानी वास्ते हो सकता 500 600 1000 फुट जाओ एक बूंद भी पानी की ना मिले। हो सकता तुहानूं 40 फुट ते ही पानी मिल जाए 50 ते थोड़ा थोड़ा मिलता है इंची किते 1.5 इंची पानी जिहड़ा लगातार चलता है। कई थावां ते सिर्फ 1 घंटा ही मोटर तुहाडी टैंची भरेगी। इस धरती विच सब तो वड्डी कि इत्थे पानी मिल जाए इत्थे पानी मिल जाए ये सब तो वड्डी गल है कि जे पानी मिल जाए। गुरु साहब हिंदू धर्म के लोग मुसलमान धर्म के लोग अपने पीर खुदा जिन्हां जिन्हां मनते आ उन्हां नूं मनाउंदे आ। फिर जो धरती का पूजन होंदा है धरती माता कह दिंदे आ भूमि पूजन जां मुसलमान अपने धर्म नाल वो करदे आ। आशीर्वाद लैंदे महापुरखां तो ते मुसलमान नूं कोई पानी की उम्मीद होंदी धरती च। हिंदू नूं अपने सारे नक्षत्र ग्रह वेख के फिर वो धरती नूं चैक कराउंदे आ। चैक करने वाले आदमी ने वो अपनी आराधना किसी देवी देवते की करते हैं। उस देवी देवते नूं राध के नारियल वगैरह कोई लैके हाथे रख के इंज धरती ते घूमते आ धूप बत्ती जगाउंदे आ पूजा करते आ। वो नारियल जिहड़ा हाथे रखिया हुंदा है जिथे पानी हुंदा वो नारियल सीधा इक्को दम हो जाता है। वो फिर कहते इत्थे बोर मार लो पानी इत्थों आ जाएगा। विग्यान के ढंग नाल उन्हां कोल मशीनां ने वो मशीन फिट करते आ ते सारी धरती च तां थां थां ते पानी नहीं। वो मशीन फिट करके फिर कदी किते रख के मशीन तो आण आण के वेखदे आ तार लगी होंदी भी जिथे वो मशीन बोलदी भी हाँ इहदे च इन्ने मीटर तक इस थां ते पानी फिर उत्थे बोर लाउंदे आ। ये आ पानी लभण दे तरीके। असी धन गुरु नानक पातशाह दी कहंदे मता मसूरत अवर सियाणप जन को किशू ना आयो। ना कोई मता पकाउणा है ना कोई मुहूर्त वेखना है सानू आउंदा ही नहीं।
ਕਿ ਅਸੀਂ ਕੋਈ ਮਤਾ ਮਸੂਲ ਤਵਰ ਸਿਆਣਪ ਮੈਨਾ ਵਿਗਿਆਨਕ ਢੰਗ ਨਾਲ ਮਸ਼ੀਨਾਂ ਨਾਲ ਪਾਣੀ ਦੇਖ ਲਈਏ ਵੀ ਇੱਥੇ ਆ। ਇਹ ਸਾਨੂੰ ਆਉਂਦਾ ਨਹੀਂ। ਆਪਾਂ ਨੂੰ ਕੀ ਆਉਂਦਾ ਹੈ, ਜਿਹੇ ਜਿਹੇ ਅਵਸਰ ਆਏ ਬਣਿਓ ਹੈ ਤੈ ਤੈ ਹਰ ਧਿਆਇਓ। ਬਈ ਜਿੱਥੇ ਜਿੱਥੇ ਸਮਾਂ ਬਣ ਜਾਏ ਉੱਥੇ ਉੱਥੇ ਗੁਰੂ ਨੂੰ ਚੇਤੇ ਕਰਿਓ, ਤੁਹਾਡਾ ਕਾਰਜ ਰਾਸ ਹੋ ਜਾਏ। ਹੁਣ ਕਈ ਲੋਕ ਕਹਿੰਦੇ ਜੀ ਗੁਰੂ ਗ੍ਰੰਥ ਸਾਹਿਬ ਜੀ ਗ੍ਰੰਥ ਨੇ, ਇੱਕ ਕਿਤਾਬ ਕਹਿ ਲਓ, ਗ੍ਰੰਥ ਕਹਿ ਲਓ, ਪੋਥੀ ਕਹਿ ਲਓ, ਇਹ ਧਾਰਮਿਕ ਗ੍ਰੰਥ ਹੈ ਗੁਰੂ ਗ੍ਰੰਥ ਸਾਹਿਬ ਜੀ। ਕਈ ਲੋਕ ਕਹਿੰਦੇ ਇਹਦੇ ਸਾਰੇ ਸੰਤਾਂ ਮਹਾਂਪੁਰਸ਼ਾਂ ਦੀ ਬਾਣੀ ਹੈ, ਇਹ ਉਹ ਗ੍ਰੰਥ ਹੈ, ਸਾਰੇ ਧਰਮਾਂ ਦੀ ਆਰਾਧਨਾ ਹੈ, ਬਹੁਤ ਵੱਡਾ ਗ੍ਰੰਥ ਹੈ। ਸਾਰੇ ਆਪਣੇ ਢੰਗ ਦੇ ਨਾਲ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਆ। ਗੁਰੂ ਕਲਗੀਧਰ ਪਾਤਸ਼ਾਹ ਨੇ ਕਿਹਾ ਗੁਰੂ ਹੈ, ਪਰ ਬਾਬਾ ਜੀ ਨੇ ਵਿਖਾਇਆ ਭਾਈ ਇਹ ਗ੍ਰੰਥ ਤੋਂ ਵੀ ਉੱਪਰ, ਪੋਥੀਆਂ ਤੋਂ ਵੀ ਉੱਪਰ ਗੁਰ ਸ਼ਬਦ ਨਿਰੰਕਾਰ ਦਾ ਗਿਆਨ ਹੈ, ਵੀ ਇਹ ਗਿਆਨ ਦਾ ਭੰਡਾਰ ਹੈ, ਉਸ ਤੋਂ ਵੀ ਉੱਪਰ ਇਹ ਨਿਰੰਕਾਰ ਬਿਰਾਜਮਾਨ ਹੈ। ਆਪ ਆਖੋ ਸ੍ਰੀ ਵਾਹਿਗੁਰੂ। ਆਪ ਇਹ ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ, ਆਪ ਸਤਿਗੁਰੂ ਪ੍ਰਤੱਖ ਬੈਠੇ। ਇਹ ਪੜਿਆ ਸੀ ਨਾ ਹਰਖ ਅਨੰਤ ਸੋਗਣੀ ਵੀ ਆ, ਪਹਿਲੋਂ ਇਹਦੀ ਕਥਾ ਸੁਣ ਲਓ। ਅਗਮ ਰੂਪ ਕਾ ਅਗਮ ਰੂਪ ਕਾ ਮਨ ਮੈਂ ਥਾਨਾ, ਉਸ ਪਰਮੇਸ਼ਰ ਦਾ ਆਪਦੇ ਮਨ ਦੇ ਅੰਦਰ ਥਾਂ ਬਣਾਉਣਾ। ਹਾਂਜੀ, ਗੁਰ ਪ੍ਰਸਾਦ ਕਿਨੇ ਵਿਰਲੇ ਜਾਣਾ। ਗੁਰੂ ਦੀ ਕਿਰਪਾ ਨਾਲ ਕੋਈ ਵਿਰਲਾ ਹੀ ਮਨ ਦੇ ਅੰਦਰ ਥਾਂ ਰੱਬ ਦਾ ਬਣਾਉਂਦਾ ਹੈ। ਸਹਿਜ ਕਥਾ ਕੇ ਅੰਮ੍ਰਿਤ ਕੁੰਟਾ, ਔਰ ਸਹਿਜ ਕਥਾ ਦੇ ਅੰਮ੍ਰਿਤ ਦੇ ਕੁੰਡ ਜਿੱਥੇ ਨੇ, ਜਿੱਥੇ ਨਿਰੰਕਾਰ ਵਸਦਾ ਹੈ, ਜਿੱਥੇ ਅੰਮ੍ਰਿਤ ਦੇ ਕੁੰਡ ਹੈ, ਉਹ ਥਾਂ। ਜਿਸੇ ਪ੍ਰਾਪਤ ਤਿਸ ਲੈ ਪੁੰਚਾ, ਉਹ ਜਿਹਨੂੰ ਪਰਮੇਸ਼ਰ ਦਿੰਦਾ ਫਿਰ ਉਹਨੂੰ ਅੰਮ੍ਰਿਤ ਮਿਲਦਾ ਹੈ। ਅਨਹਦ ਬਾਣੀ ਥਾਨ ਨਰਾਲਾ, ਬੜੀ ਅਣਹਦ ਬਾਣੀ ਤੇ ਬੜਾ ਥਾਨ ਨਿਰਾਲਾ ਪਰਮੇਸ਼ਰ ਦਾ। ਤਾਕੀ ਤੁਨ ਮੋਹੇ ਗੋਪਾਲਾ, ਉਥੋਂ ਦੀ ਧੁਨੀ ਜਿਹੜੀ ਤੁਹਾਡੇ ਹਿਰਦੇ ਨੂੰ ਫੜ ਲਏਗੀ। ਜਿਤ ਕਿੰਨੀਆਂ ਥਾਵਾਂ ਦੇ ਕੀਰਤਨ ਹੁੰਦੇ ਆ, ਤੁਸੀਂ ਜਾਓਗੇ ਪਰ ਉਹ ਗੱਲ ਨਹੀਂ ਹੋਣੀ ਜਿਹੜੀ ਧੰਨ ਗੁਰੂ ਰਾਮਦਾਸ ਦੇ ਦਰਬਾਰ 'ਚ ਜਾਓਗੇ ਤੇ ਕੀਰਤਨ ਅਸਥਾਨ ਤੇ ਤੁਹਾਨੂੰ ਉਹ ਧੁਨੀ ਵੱਜੇਗੀ। ਮਹਾਂਪੁਰਸ਼ਾਂ ਦੇ ਦਰਬਾਰ ਤੇ ਦੂਜੀ ਗੁਰੂ ਸਾਹਿਬ ਨੇ ਰੱਖੀ ਦਾਤ ਮਹਾਂਪੁਰਸ਼ਾਂ ਕੋਲ, ਉਹਨਾਂ ਦੇ ਦਰਬਾਰ ਤੇ ਜਿਹੜੀ ਧੁਨੀ ਵੱਜਦੀ ਹੈ ਨਾ, ਉਹ ਤੁਹਾਡੀ ਹਿਰਦੇ ਨੂੰ ਚੁੰਬ ਲੈਂਦੀ। ਬਾਬਾ ਜੀ ਨੇ ਕਿਸੇ ਸੰਗੀ ਨੂੰ ਕੰਮ ਲਈ ਭੇਜਿਆ, ਥੋੜੀ ਆਵਾਜ਼ ਕਰਕੇ ਭੇਜਿਆ। ਉਹ ਗਿਆ ਪੈਦਲ ਚੱਲਦਾ, ਪੁੱਛੋ ਵਾਲਿਆਂ ਨੇ, ਤੇ ਉਹਨੇ ਕਿਹਾ ਵੀ ਸੰਤਾਂ ਦਾ ਸਥਾਨ ਆ ਗਿਆ, ਮਸਤੂਆਣੇ ਵਾਲਿਆਂ ਦਾ। ਬਾਬਾ ਤਰ ਸਿੰਘ ਜੀ ਇੱਥੇ ਆ, ਮੱਥਾ ਟੇਕੀ ਚੱਲੀਏ। ਹੁਣ ਬਾਬਾ ਜੀ ਕੋਲ ਕੋਈ ਸੰਗਤ ਸੀ ਤੇ ਕੀਰਤਨ ਬਾਬਾ ਤਰ ਸਿੰਘ ਜੀ ਕਰ ਰਹੇ ਸੀ। ਉਹ ਗੁਰਮੁਖ ਪਿਆਰਾ ਕੀਰਤਨ ਦਾ ਉਹਨੇ ਆਨੰਦ ਲਿਆ। ਧਾਰਨਾ ਹਰ ਕੋਈ ਥਾਵਾਂ ਤੇ ਤੁਸੀਂ ਸੁਣ ਲੋਗੇ, ਪਰ ਐਸੀ ਧੁਨੀ ਜਿਹੜੀ ਨਾ ਅੰਦਰ ਵਸ ਜੇ, ਉਹ ਸਾਧੂ ਦੇ ਉਸ ਦਰਬਾਰ 'ਚ ਵਸੇਗੀ ਜਿੱਥੇ ਨਿਰੰਕਾਰ ਵਸਦਾ। ਧਾਰਨਾ ਸੰਤਾਂ ਨੇ ਲਾਈ, ਜਿੱਥੇ ਵਸਦੇ ਨੇ ਭਗਤ ਪਿਆਰੇ, ਭਾਗਾਂ ਵਾਲੀ ਉਹ ਧਰਤੀ। ਬੜੇ ਜਿੱਥੇ ਵਸਦੇ ਨੇ ਭਗਤ ਪਿਆਰੇ, ਭਾਗਾਂ ਵਾਲੀ ਉਹ ਧਰਤੀ, ਜਿੱਥੇ ਵਸਦੇ ਨੇ ਭਗਤ ਪਿਆਰੇ, ਭਾਗਾਂ ਵਾਲੀ ਉਹ ਧਰਤੀ, ਜਿੱਥੇ ਵਸਦੇ ਨੇ ਭਗਤ ਪਿਆਰੇ,
ਉਹ ਤਰਤੀ। ਕਹਿੰਦਾ ਰਸ ਗੁਰਮੁਖਾਂ ਨੂੰ ਆਏ, ਮਨਮੁਖਾਂ ਨੂੰ ਨਹੀਂ। ਉਹਨਾਂ ਨੂੰ ਤਕਲੀਫ ਹੋਏਗੀ। ਗੁਰੂ ਨਾਨਕ ਦੇਵ ਜੀ ਕਰਤਾਰਪੁਰ ਵਾਲੀ ਜਗ੍ਹਾ ਤੇ ਆ ਕੇ ਬੈਠੇ ਨਾ, ਕੀਰਤਨ ਦੀ ਧੁਨੀ ਲਾਈ ਤੇ ਜ਼ਿਮੀਦਾਰ ਸੀ। ਉਹਨੇ ਜਦੋਂ ਮੱਥਾ ਟੇਕਿਆ, ਦਰਸ਼ਨ ਕੀਤੇ, ਬੜਾ ਆਨੰਦ ਆਇਆ। ਘਰ ਵਾਲੀ ਨੂੰ ਕਹਿੰਦਾ ਨਹੀਂ, ਰੱਬ ਹੀ ਆ ਗਿਆ ਆਪਣੇ ਖੇਤਾਂ 'ਚ। ਸਾਧੂ ਨੇ ਇੱਕ ਉਹਨਾਂ ਰਬਾਬ ਦੀ ਕੀਰਤਨ ਦੀ ਧੁਨੀ ਲਾਈ, ਮੇਰਾ ਮਨ ਤਨ ਮੋਹਿਆ ਗਿਆ, ਆਖੋ ਸੀ। ਮੇਰੇ ਪਿਤਾ ਜੀ ਕਹਿੰਦੇ, ਅਸੀਂ ਜਦੋਂ ਬਾਬਾ ਜੀ ਦੇ, ਬਾਬਾ ਆਨੰਦ ਸਿੰਘ ਮਹਾਰਾਜ ਦੇ ਦਰਸ਼ਨ ਕਰਨ ਸਾਡੇ ਇਲਾਕੇ 'ਚ ਆਏ, ਜੋ ਦਰਸ਼ਨ ਕਰਨ ਅਸੀਂ ਗਏ ਨਾ, ਹੁਣ ਧਾਰਨਾ ਆਮ ਨਹੀਂ। ਕਹਿੰਦੇ ਬਾਬਾ ਜੀ ਨੇ ਧਾਰਨਾ ਉੱਥੇ ਲਾਈ ਸੀ, ਰਾਗੀ ਸਿੰਘਾਂ ਨੇ, ਸੰਤ ਸੁਜਾਨ ਸਿੰਘ ਜੀ ਸੀ ਜਾਂ ਕੌਣ, ਕਿਹੜੇ ਕੀਰਤਨੀਏ ਸੀ। ਉਹ ਤੈਨੂੰ ਗੋਰ ਨਮਾਣੀ ਵਾਜਾ ਮਾਰਦੀ, ਨੇ ਕਰਿਆ ਘਰ ਆ ਜਾ। ਬਾਬਾ ਫਰੀਦ ਜੀ ਕਬਰ ਦੇ ਕੋਲੋਂ ਲੰਘੇ ਨਾ, ਤੇ ਕਬਰ ਨੇ ਆਵਾਜ਼ ਮਾਰੀ, ਉਹ ਫਰੀਦਾ ਤੇਰਾ ਅਸਲੀ ਘਰ ਆਈ ਹੈ। ਰੱਬ ਨਾਲ ਜੁੜੇ ਸੀ, ਮਰਨਾ ਚੇਤੇ ਸੀ। ਕਹਿੰਦੇ ਸਰ ਪਰ ਇੱਥੇ ਆਉਣਾ, ਮਰਨਾ ਨਾ ਡਰਿਆਓ, ਜਿੱਥੇ ਮਰਜੀ ਘੁੰਮਣਾ ਫਰੀਦਾ, ਕਬਰ ਕਹਿੰਦੀ ਤੂੰ ਮੇਰੇ ਕੋਲ ਹੀ ਆਉਣਾ। ਬਾਬਾ ਜੀ ਇਹ ਕੀਰਤਨ ਬੜਾ ਸੁਣਦੇ ਸੀ, ਜਿਹੜਾ ਇਹਨੂੰ ਮਾਰੂ ਸ਼ਬਦ ਕਹੇ ਜਾਂਦੇ ਆ। ਇਹ ਕਿਸੇ ਮਰਗ ਦੇ ਸਮੇਂ ਪੜ੍ਹਨੇ, ਕਿਸੇ ਉਹੋ ਜਿਹੇ ਸਮੇਂ ਸਮਾਂ ਹੁੰਦਾ ਇਹਨਾਂ ਦਾ, ਪਰ ਮਹਾਂਪੁਰਸ਼ ਐਸੀ ਅਵਸਥਾ ਤੇ ਪਹੁੰਚ ਜਾਂਦੇ ਆ, ਇਹ ਕਿਸੇ ਸਮੇਂ ਵੀ ਇਹ ਦੁਨੀਆ ਲਾ ਲੈਂਦੇ। ਉਹ ਤੈਨੂੰ ਗੋਰ ਨਮਾਣੀ ਵਾਜਾ ਮਾਰਦੀ, ਨੇ ਕਰਿਆ ਘਰ ਆ ਜਾ। ਤੈਨੂੰ ਗੋਰ ਨਮਾਣੀ ਵਾਜਾ ਮਾਰਦੀ, ਨੇ ਕਰਿਆ ਘਰ ਆ ਜਾ। ਤੈਨੂੰ ਗੋਰ ਨਮਾਣੀ ਨੇ ਕਰਿਆ ਘਰ ਆ ਜਾ। ਗੋਰ ਨਮਾਣੀ ਵਾਜਾ ਮਾਰਦੀ, ਨੇ ਕਰਿਆ ਘਰ ਆ ਜਾ। ਤੈਨੂੰ ਗੋਰ ਨਿਮਾਣੀ ਵਾਜਾ ਮਾਰਦੀ, ਨੇ ਕਰਿਆ ਘਰ ਆ ਜਾ। ਹੁਣ ਫਰੀਦ ਕਹਿੰਦਾ ਮੇਰਾ ਘਰ ਕੋਈ ਵੀ ਨਹੀਂ, ਨੇ ਘਰੇ ਆ, ਜਿੱਥੇ ਅਸੀਂ ਰਹਿਣਾ ਹੀ ਨਹੀਂ। ਜੇ ਅਸੀਂ ਉਸ ਘਰ 'ਚ ਮਰ ਗਏ, ਸਾਨੂੰ ਉਹਨਾਂ ਕੱਢਣਾ ਹੈ, ਫਿਰ ਸਾਡਾ ਘਰ ਕਾਹਦਾ? ਉਹ ਕਬਰ ਕਹਿੰਦੀ ਘਰ ਤਾਂ ਆਈ ਹੈ ਤੇਰਾ ਪੱਕਾ। ਤੈਨੂੰ ਗੋਰ ਨਮਾਣੀ ਬਾਜਾ ਮਾਰਦੀ। ਤੇ ਉਹਨਾਂ ਨੂੰ ਦੇਖ ਲਓ, 40-50 ਸਾਲ ਪਹਿਲੋਂ ਉਹਨਾਂ ਬਾਬਾ ਆਨੰਦ ਸਿੰਘ ਦੇ ਦਰਸ਼ਨ ਕੀਤੇ, 2-3 ਗੁਰਮੁਖਾਂ ਨੇ ਜਾ ਕੇ। ਇਹ ਧੁਨੀ ਉਹਨਾਂ ਦੇ ਕੰਨਾਂ 'ਚ ਪਈ ਤੇ ਗੂੰਜਦੀ ਸੀ, 50 ਸਾਲਾਂ ਬਾਅਦ ਵੀ ਗੂੰਜਦੀ ਸੀ। ਮਹਾਂਪੁਰਸ਼ ਦੇ ਦਰਬਾਰ ਦੀ ਵੱਖਰੀ ਧੁਨੀ, ਕਿਉਂਕਿ ਇਹ ਨਿਰੰਕਾਰ ਦਾ ਤਾਂ ਕੀ ਧੁਨ ਮੋਹੇ ਗੋਪਾਲਾ। ਕਹਿੰਦੇ ਨੇ ਅਣਹਤ ਬਾਣੀ ਥਾਂ ਨਿਰਾਲਾ, ਉੱਥੇ ਅਣਹਤ ਬਾਣੀ ਦੇ ਥਾਂ ਬੜਾ ਨਿਰਾਲਾ ਹੈ। ਤੇ ਤਾਂ ਕੀ ਧੁਨ ਮੋਹੇ ਗੋਪਾਲਾ। ਅੱਗੇ ਸਹਿਜ ਤਹ ਸਹਿਜ ਖਾਏ ਅਨੇਕ ਅਨੰਤਾ। ਉੱਥੇ ਬੜੇ ਅਖਾੜੇ ਸਹਿਜ ਦੀ ਅਵਸਥਾ ਦੇ, ਤੇ ਬੜਾ ਹੀ ਆਨੰਦ ਆਰਾਮ। ਪਾਰ ਬ੍ਰਹਮ ਕੇ ਸੰਗੀ ਸੰਤਾ। ਕਿੱਥੇ? ਜਿੱਥੇ ਪਾਰ ਬ੍ਰਹਮ ਦੇ ਪ੍ਰਮਾਤਮਾ ਦੇ ਸੰਗੀ ਸਾਧੂ ਰਹਿੰਦੇ ਆ, ਮਹਾਂਪੁਰਸ਼ ਰਹਿੰਦੇ ਆ। ਹਾਂਜੀ, ਹਰ ਕੇ ਅਨੰਤ ਸੋਗ ਨਹੀਂ ਬਿਆ। ਉੱਥੇ ਬੇਅੰਤ ਖੁਸ਼ੀਆਂ ਹੈ, ਕੋਈ ਦਵੈਦ ਨਹੀਂ, ਕੋਈ ਸ਼ੋਕ ਨਹੀਂ। ਹਾਂਜੀ, ਸੋ ਘਰ ਗੁਰੂ ਨਾਨਕ ਕੋ। ਗੁਰੂ ਨਾਨਕ ਸਾਹਿਬ ਕਹਿੰਦੇ ਉਹ ਘਰ ਪਰਮਾਤਮਾ ਨੇ। ਧੰਨ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਨੇ ਉਹ ਘਰ ਪਰਮੇਸ਼ਰ ਨੇ ਸਾਨੂੰ ਬਖਸ਼ੇ। ਥਾਂ ਬੜੇ ਨੇ, ਜਿੱਥੇ ਮਰਜੀ ਜਾਓ।
पर बाबा जी दे बाबा नंद सिंह, बाबा ईशर सिंह, बाबा कुंदन सिंह दियां विशेषताइयां की। इथों मिलदा की है, इथों किहड़ियां दातां मिलदियां। हुण बाबा जी दा दरबार है, धन बाबा नंद सिंह जी दा, बड़े बड़े पाठी सिंह पूर्णमाशी ते बरसियां दे आण के पाठां विच हाजरियां लाउंदे आ ते की मंगदे आ, गुरु नानक साहब जी सानू बख्श लो। आखो सी पावना नाम। बड़े बड़े रागी जथे संत, बड़े बड़े कीर्तनीय इस बाबा जी दे घर विच आउंदे आ, शरदा भावना नाल आउंदे आ, बड़ी प्रीत नाल आउंदे आ ते मंगदे की ने, बाबा जी सानू बख्श लो, साडे गुनाह बख्श लो। आखो सी साडे गुनाह बख्श लो। ते बाबा जी किहड़ियां दातां दिंदे आ भाई, जेड़ियां दिसदियां नहीं। आखो सी ओ गुरु नानक साहब चलाउंदे। हुण ये बोर करना सी ते मैं क्या भी किवें करिए, बाबा जी दी ओट। असीं उन्हां नूं कहा भाई इत्थे टेंची बनाओ पानी वास्ते, ते आपां इत्थे बोर मार लांगे कोल, गुरु साहब अगे अरदास करांगे, गुरु साहब आपां नूं जल बख्श देणगे। इत्थे टेंची बना लो। थां भी वो उच्ची जी, सियाणे बंदे भी कहंदे भी इत्थे पानी नहीं मिलना, ये इत्थे पत्थर करड़ा है, इत्थे सख्त पत्थर उत्तों ही लग जाता है, इत्थे पानी नहीं लभना। कहंदे जी पंडित कोई इस तरह सारा कर लिए। असीं क्या साडे पंडित, साडे समर्थ देण वाले, सानू जल बख्शण वाले मालक बैठे आ। आखो सी आण के कई बीबियां कहंदियां बाबा जी आ काम कर लीए ना करिए। मैं क्या भाई पंडितां कोल चले जाओ, जे तां तुसीं ये पुछना ते पंडितां तो जाओ जी, करिए ना करिए वो दसणगे इत्थे करना चाहिए कि नहीं करना चाहिए। कहंदी जी असीं क्यों पंडितां कोल जाइए। मैं कि तुसीं पुछना है, ये घर हैगा कि इत्थों मंगना है आण के, बाबा जी गुरु नानक साहब जी आ किरपा कर दिओ। आखो ये पुछण वाला नहीं, ये घर मंगण वाला। जी समा दसो केड़ा, केड़े समय करिए। ते पूर्ण महापुरख बाबा जी भी किते आनंद विच कहंदे सी, मौज विच बुधवार कर लो, पुच्चो वाले बाबा खेम सिंह जी, बाबा कुंदन सिंह जी कहते सोमवार कर लो, सोम मंगल बुध कर लो, फलाने दिन कर लो, आ दिन कर लो। एक बचन लैके जाते सी, पर इत्थे सारे दिन ही सफले, सारे टाइम ही सफले, सारे घड़ियां ही सफले। कहते ना अमृत वेला सब तो वधिया है। जे जदों उदों किसी का जन्म हो, कहते 12 रात को 12:12 12:30 जन्म होया, कहते तो गुरु नानक का रूप ही आ गया। पुण्य वाले दिन आ गया, कहते ला ये तो गुरु नानक ही पातशाह आ गया, एडी वड्डी रूह आ गई। ते मैं अपना जन्म घर जाके पढ़िया, साढ़े घर वही पई हुई पुरानी वही, उहदे ते दादा जी साढ़े बड़े सियाने सी, क्योंकि खत्तरी कुल दे सी, खत्तरी कुल अरोड़ा, ये सारे काम
ਲੈਣ ਦੇਣ ਭੁਗਤਾਨ ਕਰਦੀ ਕਰਕੇ ਇਹਨਾਂ ਚੀਜ਼ਾਂ ਦਾ ਖਿਆਲ ਰੱਖਦੇ। ਉਹਨਾਂ ਨੇ ਸਾਡੇ ਘਰ 'ਚ ਵਹੀ ਪਈ, ਉਹਦੇ ਤੇ ਹਰ ਇੱਕ ਦਾ ਜਨਮ ਦਾ ਸਮਾਂ ਲਿਖਿਆ ਹੈ। ਉਦੋਂ ਰਾਜ ਕਿੰਦਾ, ਉਦੋਂ ਸੋਨੇ ਚਾਂਦੀ ਦਾ ਭਾਅ ਕੀ, ਹਰ ਇੱਕ ਚੀਜ਼ ਦੇ ਭਾਅ ਲਿਖਿਆ ਨਾਲ, ਤੇ ਕੌਣ ਕੌਣ ਕੋਲ ਕਿਹੜੇ ਵੇਲੇ ਜਨਮ ਹੋਇਆ। ਤੇ ਬਾਬਾ ਜੀ ਦੇ ਚਰਨਾਂ 'ਚ ਮੈਂ ਆ ਗਿਆ। ਘਰੇ ਗਿਆ ਤੇ ਮੈਂ ਕਿਹਾ ਵੀ ਹੁਣ ਐਡੇ ਮਹਾਂਪੁਰਸ਼ਾਂ ਕੋਲ ਗਿਆ, ਬੜੇ ਸੋਹਣੇ ਸਮੇਂ ਜਨਮ ਹੋਇਆ ਹੋਣਾ। ਤੇ ਸਮਾਂ ਨਿਕਲਿਆ ਦੁਪਹਿਰ ਦਾ 12:40 ਦਾ, ਵੀ 12:40 ਦੇ ਦੁਪਹਿਰੇ ਜਨਮ ਹੋਇਆ। ਤੇ ਮੈਂ ਕਿਹਾ ਵੀ ਇਹ ਅੰਮ੍ਰਿਤ ਵੇਲੇ ਹੁੰਦਾ ਤੇ ਬੜਾ ਠੰਡਾ ਤੇ ਵਧੀਆ ਅੰਮ੍ਰਿਤ ਵੇਲਾ ਮਹਾਂਪੁਰਸ਼ਾਂ ਦਾ ਸਮਾਂ ਹੁੰਦਾ ਹੈ। ਇਹ ਦੁਪਹਿਰੇ 12:40 ਦਾ ਹੋਇਆ। ਕਿਤੇ ਗਰਮੀਆਂ ਦੀ ਰੁੱਤ, ਇੱਕ ਦੁਪਹਿਰੇ ਜਨਮ ਹੋਇਆ। ਹੁਣ ਕੰਮ ਤੱਤਾ ਹੀ ਰਹੇਗਾ ਸਾਰੀ ਉਮਰ, ਇਹ ਠੰਡਾ ਨਹੀਂ ਹੋਣਾ। ਹਾੜ ਦੀ ਸੰਗਰਾਂਦ ਸੀ, ਥੱਲੇ ਕੋਈ ਭਾਂਡਾ ਰੱਖ ਦੇ। ਤੇ ਮੈਂ ਕਿਹਾ 12:40 ਦੇ ਜਨਮ ਹੋਇਆ ਹੈ। ਸਮੇਂ ਦੀ ਗੱਲ। ਤੇ ਬੜਾ ਹਾੜ ਅਸਾੜ ਤਪੰਦਾ ਤਿਸ ਲੱਗੇ, ਹਰ ਨਾ ਹੋਣਾ ਜਿੰਨਾ ਪਾਸ। ਕਹਿੰਦੇ ਇਹ ਮਹੀਨਾ ਬੜਾ ਤੱਤਾ ਲੱਗੇਗਾ ਜਿੰਨਾ ਕੋਲ ਰੱਬ ਨਹੀਂ ਹੈਗਾ। ਇਹ ਮਹੀਨਾ ਬਹੁਤ ਗਰਮ ਰਹੇਗਾ ਉਹਨਾਂ ਵਾਸਤੇ ਜਿੰਨਾ ਕੋਲ ਰੱਬ ਨਹੀਂ ਹੈਗਾ। ਪਰ ਫਿਰ ਅਖੀਰ ਤੇ ਕਹਿੰਦੇ ਅਸਾੜ ਸੁਹੰਦਾ ਤਿਸ ਲੱਗੇ, ਜਿਸ ਮਨ ਹਰ ਚਰਨ ਨਿਵਾਸ। ਜਿੰਦੇ ਮਨ ਵਿੱਚ ਚਰਨਾਂ ਵਿੱਚ, ਮਨ ਦੇ ਅੰਦਰ ਗੁਰੂ ਦੇ ਚਰਨਾਂ ਦਾ ਨਿਵਾਸ ਹੈ, ਉਹਦਾ ਹਾੜ ਦਾ ਮਹੀਨਾ ਸੋਹਣਾ ਹੈ, ਬਹੁਤ ਹੀ ਸੋਹਣਾ, ਤਪੰਦਾ ਨਹੀਂ। ਮੈਂ ਕਿਹਾ ਕਿ ਦਿਨ ਗਰਮੀਆਂ ਦੇ, ਇੱਕ ਦੁਪਹਿਰ ਤਪਦੀ ਧੁੱਪ ਦੇ ਵਿੱਚ, ਉਦੋਂ ਤਾਂ ਮੀਂਹ ਦੀ ਵੀ ਆਸ ਨਹੀਂ ਹੁੰਦੀ। ਸਾਵਣ 'ਚ ਤਾਂ ਹੁੰਦੀ ਵੀ ਉਸ ਸਮੇਂ ਜਨਮ ਹੋਇਆ, ਵੀ ਬੜਾ ਗਰਮ ਸਮਾਂ ਹੈ। ਤੇ ਹੁਣ ਜਿਸ ਦਿਨ ਮੈਂ ਪੜ੍ਹਿਆ ਨਾ ਕਿ ਸਾਰੇ ਪੰਡਤਾਂ ਨੇ, ਸਾਰੇ ਵੇਦਾਂ ਸ਼ਾਸਤਰਾਂ ਨੇ, ਸਾਰਿਆਂ ਨੇ ਸਮਾਂ ਕੱਢਿਆ। ਕਹਿੰਦੇ ਰਾਮ ਜਨਮ ਭੂਮੀ ਦਾ ਜਿਹੜਾ ਹੈ ਉਹ ਸਭ ਤੋਂ ਵਧੀਆ ਸਮਾਂ ਕੱਢੋ ਕਿਹੜਾ ਹੈ। ਤੇ ਉਹ ਨਿਕਲਿਆ ਦੁਪਹਿਰੇ 12:40 ਦਾ। ਮੈਂ ਕਿਹਾ ਮਿਲਦਾ ਜੁਲਦਾ ਹੀ ਹੈ। ਇਹ ਸਮੇਂ ਵੇਦਾਂ ਸ਼ਾਸਤਰਾਂ ਅਨੁਸਾਰ ਕਿਸੇ ਸਮੇਂ ਵੀ ਆ ਸਕਦਾ ਵਧੀਆ ਤੋਂ ਵਧੀਆ ਸਮਾਂ। ਕਿਸੇ ਦਾ ਅੰਮ੍ਰਿਤ ਵੇਲੇ ਵੀ ਉਸ ਤਰ੍ਹਾਂ ਦਾ ਹੋ ਸਕਦਾ ਹੈ। ਅਸਾੜ ਸੁਹੰਦਾ ਤਿਸ ਲੱਗੇ, ਜਿਸ ਮਨ ਹਰ ਚਰਨ ਨਿਵਾਸ। ਸਾਡਾ ਸਭ ਕੁਝ ਸਤਿਗੁਰੂ ਨਾਨਕ ਜੀ ਨੇ, ਆਖੋ ਸਹੀ ਵਾਹਿਗੁਰੂ ਜੀ। ਸਭ ਕੁਝ ਹੀ, ਸਭ ਕੁਝ ਹੀ ਗੁਰੂ ਨਾਨਕ ਦਾ ਹੈ, ਤੇ ਸਭ ਕੁਝ ਹੀ ਗੁਰੂ ਨਾਨਕ ਦਾ ਹੈ, ਤੇ ਸਭ ਕੁਝ ਹੀ ਸਾਡੇ ਵਾਸਤੇ ਗੁਰੂ ਨਾਨਕ ਹੈ। ਜਿੰਨਾ ਪੂਰਨ ਪੁਰਖਾਂ ਦੀ ਸੰਗਤ ਮਿਲੀ ਉਹ ਗੁਰੂ ਨਾਨਕ ਦਾ ਹੀ ਰੂਪ ਨੇ, ਆਖੋ ਸ੍ਰੀ ਵਾਹਿਗੁਰੂ। ਜਿਹੜੇ ਸਾਧ ਸੰਗਤ ਮਿਲੀ ਉਹ ਵੀ ਗੁਰੂ ਨਾਨਕ ਦਾ ਰੂਪ, ਜਿਹੜੇ ਗੁਰੂ ਗ੍ਰੰਥ ਸਾਹਿਬ ਮਿਲੇ ਉਹ ਵੀ ਗੁਰੂ ਨਾਨਕ ਦਾ ਰੂਪ। ਤੇ ਕਹਿੰਦੇ ਹਰਖ ਅਨੰਤ ਸੋਗ ਨਹੀਂ ਬੀਆ, ਉਥੇ ਹਰਖ ਅਨੰਤ ਸੋਗ ਨਹੀਂ, ਜਿੱਥੇ ਜਿਹੜਾ ਘਰ ਗੁਰੂ ਨਾਨਕ ਪਾਤਸ਼ਾਹ ਨੇ ਬਖਸ਼ਿਆ, ਆਖੋ ਜਿਹੜਾ ਗੁਰੂ ਨਾਨਕ ਪਾਤਸ਼ਾਹ ਉਹ ਦੀਆ, ਆਖੋ ਸ੍ਰੀ ਵਾਹਿਗੁਰੂ। ਇਹ ਘਰ ਗੁਰੂ ਨਾਨਕ ਸਾਹਿਬ ਦਾ ਵੱਡਾ ਹੈ। ਬੜੇ ਮਹਾਂਪੁਰਸ਼ ਨੇ ਸੰਸਾਰ 'ਚ, ਬੜਿਆਂ ਦੇ ਕੋਲ ਸਾਰੀ ਦੁਨੀਆ ਹੀ ਆਉਂਦੀ ਹੈ, ਪਰ ਬਾਬਾ ਜੀ ਦੇ ਘਰ ਵਿੱਚ ਸਭ ਕੁਝ ਹੀ ਨਹੀਂ ਆ ਰਿਹਾ, ਸਭ ਕੁਝ ਹੀ ਨਹੀਂ ਆ ਰਿਹਾ।
ਅਸੀਂ ਉੱਥੇ ਮਦਰਾਸ ਬਾਬਾ ਜੀ ਨੇ ਭੇਜਿਆ, ਜਾਓ ਗੁਰਦੁਆਰਾ ਬਣਾਇਆ। ਤੇ ਅਸੀਂ ਫਿਰ ਉੱਥੇ ਉਹ ਜਾਣਦੇ ਨਹੀਂ ਸੀ ਨਾਨਕਸਰ ਨੂੰ। ਅਸੀਂ ਨਾਨਕਸਰ ਦੀ ਜਦੋਂ ਉਸਤਤ ਵਡਿਆਈ ਕੀਤੀ, ਬਾਬਾ ਜੀ ਨੇ ਦੱਸਿਆ, ਗੁਰੂ ਗ੍ਰੰਥ ਸਾਹਿਬ ਦਾ ਦੱਸਿਆ, ਸਾਰੇ ਮਦਰਾਸ ਵਾਲੇ ਸਾਡੇ ਨਾਲ ਤਿਆਰ ਹੋ ਗਏ ਵੀ ਸਾਨੂੰ ਵੀ ਨਾਨਕਸਰ ਦਰਸ਼ਨ ਕਰਾਓ। ਮਾਘ ਦੇ ਮਹੀਨੇ ਦਾ ਦੱਸਿਆ। ਉਹ 2-4 ਦਿਨ ਰਹੇ ਤੇ ਰੋਜ਼ ਹੀ ਭਾਈ ਹਰਬੰਸ ਸਿੰਘ ਜੀ ਜਗਾਦਰੀ ਵਾਲੇ ਅੰਮ੍ਰਿਤ ਵੇਲੇ ਆਣ ਕੇ ਕੀਰਤਨ 'ਚ ਹਾਜ਼ਰੀ ਭਰਦੇ ਸੀ ਰੋਜ਼। ਉਹਨਾਂ ਨੇ ਕਿਹਾ ਵੀ ਏਡਾ ਵੱਡਾ ਰਾਗੀ ਕੀਰਤਨੀਆ, ਸਾਡੇ ਤੋਂ 2-2, 4-4 ਲੱਖ ਰੁਪਈਆ ਲੈਂਦਾ ਹੈ ਤੇ ਇੱਥੋਂ ਮਾਇਆ ਮਿਲਦੀ ਇਹਨੂੰ ਕੋਈ। ਅਸੀਂ ਕਿਹਾ ਜੀ ਇੱਥੇ ਬਸ ਇਸ ਘਰ ਦੇ ਪਿਆਰੇ ਨੇ, ਇਸ ਘਰ ਦੇ ਸੇਵਕ ਨੇ, ਇੱਥੇ ਹਾਜ਼ਰੀਆਂ ਲਾਉਣ ਆਉਂਦੇ ਆ। ਇਹ ਜਦੋਂ ਸਾਰੇ ਕੀਰਤਨੀਏ ਆਉਂਦੇ ਆ ਤੇ ਆਪਦਾ ਤਿਲ ਫੁੱਲ ਦਸਵੰਧ ਲੈ ਕੇ ਆਉਂਦੇ ਨੇ। ਆਖੋ ਸੀ ਬਾਬਾ ਜੀ ਦੇ ਚਰਨਾਂ ਵਿੱਚ ਰੱਖਦੇ ਆ ਤੇ ਅੱਗੋਂ ਪਤਾ ਨਹੀਂ ਇੱਥੋਂ ਉਹਨਾਂ ਨੂੰ ਕੀ ਮਿਲਦਾ ਹੈ। ਇਹ ਤਾਂ ਫਿਰ ਬਾਬਾ ਜੀ ਜਾਣਨ ਜਾਂ ਆਉਣ ਵਾਲਾ ਜਾਣੇ ਕਿ ਗੁਰੂ ਦੇ ਚਰਨਾਂ 'ਚੋਂ ਮਿਲਣਾ ਕੀ ਹੈ। ਉਹ ਬੜੇ ਹੈਰਾਨ ਹੋਏ, ਕਹਿੰਦੇ ਵੀ ਇਹ ਐਡੇ ਵੱਡੇ ਕੀਰਤਨੀ ਹੈ। ਤੇ ਅਸੀਂ ਵੀ ਚਲੋ ਹੁਣ ਬਾਬਾ ਜੀ ਦੇ ਘਰ ਨਾਲ ਜੁੜ ਗਏ ਹਾਂ ਤੇ ਅਸੀਂ ਬੇਨਤੀ ਕਰਦੇ ਵੀ ਸਾਨੂੰ ਗੁਰਪੁਰਬ ਦਾ ਦਿਨ ਉੱਥੇ ਦੇ ਦੇਣਾ। ਨਾਲ ਮੈਂ ਤੇ ਅਸੀਂ ਸਵੇਰੇ ਅੰਮ੍ਰਿਤ ਵੇਲੇ ਮਾਘ ਦੇ ਮਹੀਨੇ ਭਾਈ ਸਾਹਿਬ ਜੀ ਨੂੰ ਮਿਲਾਇਆ ਵੀ ਇਹ ਸਮਾਗਮ ਤੁਹਾਡਾ ਸਮਾਂ ਮੰਗਦੇ ਆ। ਕਦੋਂ ਦਾ? ਕਹਿੰਦੇ ਗੁਰਪੁਰਬ ਦਾ। ਅਸੀਂ ਕੋਈ ਗੁਰਪੁਰਬ? ਕਹਿੰਦੇ ਨਹੀਂ ਜੀ, ਉਦੋਂ ਤਾਂ ਸਾਡੇ ਕਈ 2-3 ਪ੍ਰੋਗਰਾਮ ਹੈ। ਕਹਿਣਾ ਹੀ ਹੁੰਦਾ ਹੈ ਥੋੜਾ ਜਿਹਾ ਵੱਟਾ ਭਾਰਾ ਕਰਨ ਵਾਸਤੇ। ਕਹਿੰਦੇ ਜੀ 2-3 ਪ੍ਰੋਗਰਾਮ ਨੇ। ਕਹਿੰਦੇ ਨਹੀਂ ਜੀ, ਸਾਡੇ ਜ਼ਰੂਰ ਕਰੋ ਕਿਰਪਾ, ਅਸੀਂ ਬਾਬਾ ਜੀ ਦੇ ਘਰ ਨਾਲ ਜੁੜੇ ਹਾਂ। ਮਦਰਾਸ ਟੀ ਨਗਰ ਵਿੱਚ ਗੁਰਦੁਆਰਾ ਬਣਿਆ, ਸਾਰੀ ਸੰਗਤ ਉੱਥੇ ਜੁੜਦੀ ਮਦਰਾਸ, ਇੱਕੋ ਹੀ ਗੁਰਦੁਆਰਾ। ਤੇ ਤੁਸੀਂ ਦਿਓ ਸਮਾਂ। ਕਹਿੰਦੇ ਅਸੀਂ ਦੇਖਾਂਗੇ, ਗੱਲਬਾਤ ਕਰਾਂਗੇ। ਤੇ ਕਹਿੰਦੇ ਨਹੀਂ ਜੀ, ਜ਼ਰੂਰ ਕਰੋ ਕਿਰਪਾ ਤੁਸੀਂ ਸਾਡੇ ਤੇ, ਤੇ ਸਾਨੂੰ ਇਹ ਗੁਰਪੁਰਬ ਦਾ ਸਮਾਂ ਉੱਥੇ ਜ਼ਰੂਰ ਦਿਓ। ਅਸੀਂ ਜੁੜੇ ਹਾਂ ਉੱਥੇ, ਹੋਰ ਸੰਗਤਾਂ ਜੁੜਨ। ਬੜਾ ਆਨੰਦ ਆਇਆ ਸਾਨੂੰ ਨਾਨਕਸਰ। ਇਹ ਚੀਜ਼ ਦੁਨੀਆ 'ਚ ਅਸੀਂ ਕਦੀ ਵੇਖੀ ਨਹੀਂ ਸੀ ਕਿ ਜਿੱਥੇ ਕੀਰਤਨੀਏ ਕੀਰਤਨ ਕਰਦੇ ਆ, ਕੋਈ ਭੇਟਾ ਨਹੀਂ। ਜਿੱਥੇ ਸਾਧੂ ਸੰਤ ਮਹਾਂਪੁਰਖ ਰਹਿੰਦੇ ਆ, ਜਨਮ ਤੋਂ ਆਇਆ ਤੇ ਮਰਨ ਤੱਕ ਮਿੱਟੀ ਉੱਥੇ ਹੀ ਰੱਖਦੇ ਆ। ਮਰੇ ਤੋਂ ਬਾਅਦ ਵੀ ਭਾਈ ਨੰਦ ਲਾਲ ਜੀ ਕਹਿਣ ਲੱਗੇ, ਹੁਣ ਨੰਦ ਲਾਲ ਦੀ ਮਿੱਟੀ ਗੁਰੂ ਦੇ ਚਰਨਾਂ 'ਚ ਆ ਗਈ। ਕਹਿੰਦੇ ਇਹ ਮਿੱਟੀ, ਇਹ ਹਵਾ, ਕਿਉਂਕਿ ਮੇਰੀ ਖਾਕ ਗੁਰੂ ਨਾਨਕ ਦੇ ਘਰ 'ਚ ਰਵੇ। ਮੈਂ ਤੇਰੇ ਅੱਗੇ ਵੀ ਬੇਨਤੀ ਕਰਦਾ ਕਿ ਕਿਤੇ ਮੇਰੀ ਮਿੱਟੀ ਉਡਾ ਕੇ ਨਾ ਪਾਸੇ ਲੈ ਜੀ। ਜਦੋਂ ਮੈਂ ਮਰਾਂ ਤੇ ਮੇਰੀ ਖਾਕ, ਇਹ ਪਵਨ ਜਗਤ ਦੀ ਰਾਣੀ, ਮੇਰੀ ਮਿੱਟੀ ਗੁਰੂ ਦਰਬਾਰੋਂ ਨਾ ਹੋਰ ਕਿਤੇ ਲੈ ਜਾਣੀ। ਆ ਜਿਹੜੀ ਮੇਰੀ ਖਾਕ ਹੈ ਨਾ, ਇੱਥੇ ਹੀ ਰਵੇ, ਇਹਨੂੰ ਲੈ ਕੇ ਨਾ ਜਾਇਓ। ਮਤ ਵੈਰੀ ਬੋਲੀ ਮਾਰੇ, ਕਿਉਂ ਫਿਰਦੀ ਦੁਆਰੇ ਦੁਆਰੇ। ਮੇਰੀ ਖਾਕ ਨੂੰ ਵੀ ਕੋਈ ਉਂਗਲ ਨਾ ਕਰ ਸਕੇ ਕਿ ਆ ਲਾਏ, ਐਵੇਂ ਧੱਕੇ ਖਾਂਦੀ ਫਿਰਦੀ, ਉੱਡੀ ਫਿਰਦੀ ਹੈ ਫਲਾਣੇ ਦੀ ਮਿੱਟੀ। ਕੋਈ ਬੋਲੀ ਨਾ ਮਾਰੇ। ਮੈਂ ਗੁਰੂ ਨਾਨਕ ਦੇ ਦਰ ਦੀ ਖਾਕ ਹਾਂ। ਇਹ ਖਾਕ ਗੁਰੂ ਨਾਨਕ ਦੇ ਘਰ 'ਚ ਹੀ ਰਵੇ। ਆਖੋ ਸ੍ਰੀ ਵਾਹਿਗੁਰੂ। ਮੇਰੀ ਮਿੱਟੀ ਗੁਰੂ ਦਰਬਾਰੋਂ ਨਾ ਹੋਰ ਕਿਤੇ ਲੈ ਜਾਣੀ। ਇੱਥੋਂ ਤੱਕ ਇਸ਼ਾਨੇ ਕਿ ਜਿਉਂਦਿਆਂ ਦਾ ਅਸੀਂ ਗੁਰੂ ਤੋਂ ਪਾਸੇ ਜਾਣ ਦੀ ਕੋਈ ਗੱਲ ਹੀ ਨਹੀਂ। ਸਾਡੀ ਤਾਂ ਮਰਨ ਤੋਂ ਬਾਅਦ ਵੀ ਖਾਕ ਇੱਥੇ ਰਹਿਣੀ ਚਾਹੀਦੀ। ਇਹ ਵੀ ਗੁਰੂ ਦੇ ਚਰਨਾਂ 'ਚ ਰਵੇ। ਮਰਨ ਤੋਂ ਬਾਅਦ ਮਿੱਟੀ ਵੀ ਗੁਰੂ ਦੇ ਚਰਨਾਂ 'ਚ ਰਵੇ। ਬਾਬਾ ਜੀ ਕਹਿੰਦੇ ਸੀ ਸੰਗੀਆਂ ਨੂੰ, ਭਾਈ ਜਦੋਂ ਕੋਈ ਮੌਤ ਹੋਵੇ,
ਇੱਕ ਹੱਡੀ ਲਿਆ ਕਰੋ ਇੱਥੇ ਨਾਨਕ ਸਾਹਿਬ ਦੀ ਪਵਿੱਤਰ ਧਰਤੀ ਤੇ ਪਵਿੱਤਰ ਸੱਚਖੰਡ ਦੇ ਅੱਗੇ ਮਹਾਂਪੁਰਖ ਬੇਨਤੀ ਕਰਨਗੇ, ਬਾਬਾ ਜੀ ਤੁਹਾਡਾ ਸੰਗੀ ਆ ਗਿਆ, ਇਹਨੂੰ ਚਰਨਾਂ 'ਚ ਰੱਖ ਲਓ। ਪਹਿਲੋਂ ਬਾਬਾ ਕੁੰਦਨ ਸਿੰਘ ਮਹਾਰਾਜ ਨੂੰ ਕਰਦੇ ਅਸੀਂ ਦੇਖਿਆ ਸੰਗੀਆਂ ਦੀ ਅਰਦਾਸ। ਸੰਤ ਭਜਨ ਸਿੰਘ ਜੀ ਜਿਹੜੇ ਸੰਗੀ ਦੇ ਫੁੱਲ ਆਉਂਦੇ ਸੀ ਉਹਨਾਂ ਸੱਚਖੰਡ ਅੱਗੇ ਰੱਖਣੇ, ਮਹਾਂਪੁਰਖ ਨੇ ਗਲ 'ਚ ਪੱਲਾ ਪਾ ਕੇ ਅਰਦਾਸ ਕਰਨੀ ਕਿ ਬਾਬਾ ਜੀ ਤੁਹਾਡਾ ਸੰਗੀ, ਤੁਹਾਡੇ ਦਰ ਦਾ ਸੰਗੀ। ਸੰਗੀ ਉਹ ਹੈ ਜਿਹੜਾ ਕਦੀ ਵੀ ਸੋ ਸੰਗੀ ਗਣੀਏ, ਬਿਨ ਸਜਾਏ ਜੋ ਨਿਮਖ ਮੈਂ ਸੋ ਅਲਪ ਸੁਖ ਪਣੀਏ, ਈ ਤੂਤ ਨਹੀਂ ਵਿਛੜੇ। ਜਿਹੜਾ ਕਦੀ ਵੀ ਨਾ ਵਿਛੜੇ ਉਹ ਹੈ ਸੰਗੀ, ਤੇ ਜਿਹੜਾ ਖਤਮ ਹੋ ਜਾਂਦਾ ਹੈ ਉਹ ਸੰਗੀ ਕਾਹਦਾ। ਮੇਰਾ ਤਾਂ ਮਨ ਹੀ ਟੁੱਟ ਗਿਆ, ਮੈਂ ਤਾਂ ਹੁਣ ਜਾਂਦਾ ਹੀ ਨਹੀਂ ਉੱਥੇ। ਉਹ ਸੰਗੀ ਕਾਹਦਾ ਹੈ? ਸੰਗੀ ਉਹ ਕਾਹਦਾ ਜਿਹੜਾ ਮਰ ਕੇ ਵੀ ਨਾ ਜਾਵੇ। ਆਖੋ ਸ੍ਰੀ ਵਾਹਿਗੁਰੂ। ਮਰ ਕੇ ਵੀ ਆਖੇ ਜੀ ਚਰਨਾਂ 'ਚ ਨਿਵਾਸ ਬਖਸ਼ੋ। ਆਖੋ ਸ੍ਰੀ ਵਾਹਿਗੁਰੂ। ਹੋਵੇ ਨਿਵਾਸ ਤੇਰੇ ਚਰਨਾਂ 'ਚ ਪ੍ਰੀਤਮ। ਹੋਵੇ ਨਿਵਾਸ ਤੇਰੇ ਚਰਨਾਂ 'ਚ ਪ੍ਰੀਤਮਾ, ਹੋਵੇ ਨਿਵਾਸ ਤੇਰੇ ਚਰਨਾਂ 'ਚ ਪ੍ਰੀਤਮਾ। ਰਵੇ ਨਿਵਾਸ ਤੇਰੇ ਚਰਨਾਂ 'ਚ ਪ੍ਰੀਤ ਮੇਰਾ, ਹੋਵੇ ਨਿਵਾਸ ਤੇਰੇ ਚਰਨਾਂ 'ਚ ਪ੍ਰੀਤਮਾ। ਚਰਨਾਂ 'ਚ ਪ੍ਰੀਤਮਾ, ਚਰਨਾਂ 'ਚ ਪ੍ਰੀਤਮਾ, ਚਰਨਾਂ 'ਚ ਪ੍ਰੀਤਮਾ, ਚਰਨਾਂ 'ਚ ਪ੍ਰੀਤਮਾ। ਹੋਵੇ ਨਿਵਾਸ ਤੇਰੇ ਚਰਨਾਂ 'ਚ ਪ੍ਰੀਤਮਾ, ਹੋਵੇ ਨਿਵਾਸ ਤੇਰੇ ਚਰਨਾਂ 'ਚ ਪ੍ਰੀਤਮਾ। ਚਰਨਾਂ 'ਚ ਪ੍ਰੀਤਮਾ, ਚਰਨਾਂ 'ਚ ਪ੍ਰੀਤਮਾ, ਚਰਨਾਂ 'ਚ ਪ੍ਰੀਤਮਾ, ਚਰਨਾਂ 'ਚ ਪ੍ਰੀਤਮਾ। ਹੋਵੇ ਨਿਵਾਸ ਤੇਰੇ ਚਰਨਾਂ 'ਚ ਪ੍ਰੀਤਮਾ, ਹੋਵੇ ਨਿਵਾਸ ਤੇਰੇ ਚਰਨਾਂ 'ਚ ਪ੍ਰੀਤਮਾ। ਚਰਨਾਂ 'ਚ ਪ੍ਰੀਤਮਾ, ਚਰਨਾਂ 'ਚ ਪ੍ਰੀਤਮਾ, ਚਰਨਾਂ 'ਚ ਪ੍ਰੀਤਮਾ, ਚਰਨਾਂ 'ਚ ਪ੍ਰੀਤਮਾ। ਹੋਵੇ ਨਿਵਾਸ ਤੇਰੇ ਚਰਨਾਂ 'ਚ ਪ੍ਰੀਤਮਾ, ਹੋਵੇ ਨਿਵਾਸ ਤੇਰੇ ਚਰਨਾਂ 'ਚ ਪ੍ਰੀਤਮਾ। ਮਰਨਾ ਜੀਣਾ ਪ੍ਰੀਤਮਾ ਤੇਰੇ ਚਰਨਾਂ 'ਚ ਪ੍ਰੀਤਮਾ। ਮਰਨਾ ਜੀਣਾ ਪ੍ਰੀਤਮਾ ਤੇਰੇ ਚਰਨਾਂ 'ਚ ਪ੍ਰੀਤਮਾ। ਹੋਵੇ ਨਿਵਾਸ ਤੇਰੇ ਚਰਨਾਂ 'ਚ ਪ੍ਰੀਤਮਾ, ਹੋਵੇ ਨਿਵਾਸ ਤੇਰੇ ਚਰਨਾਂ 'ਚ ਪ੍ਰੀਤਮਾ। ਆਉਣਾ ਜਾਣਾ ਪ੍ਰੀਤਮਾ ਚਰਨਾਂ 'ਚ ਪ੍ਰੀਤਮਾ। ਆਉਣਾ ਜਾਣਾ ਪ੍ਰੀਤਮਾ ਚਰਨਾਂ 'ਚ ਪ੍ਰੀਤਮਾ। ਹੋਵੇ ਨਿਵਾਸ ਤੇਰੇ ਚਰਨਾਂ 'ਚ ਪ੍ਰੀਤਮਾ, ਹੋਵੇ ਨਿਵਾਸ ਤੇਰੇ ਚਰਨਾਂ 'ਚ ਪ੍ਰੀਤਮਾ। ਦੁੱਖ ਸੁਖ ਪ੍ਰੀਤਮਾ ਤੇਰੇ ਚਰਨਾਂ 'ਚ ਪ੍ਰੀਤਮਾ। ਹਾਂ ਦੁੱਖ ਸੁਖ ਪ੍ਰੀਤਮਾ ਤੇਰੇ ਚਰਨਾਂ 'ਚ ਪ੍ਰੀਤਮਾ। ਹੋ ਰਵੇ ਨਿਵਾਸ ਤੇਰੇ ਚਰਨਾਂ 'ਚ ਪ੍ਰੀਤਮਾ, ਹੋਵੇ ਨਿਵਾਸ ਤੇਰੇ ਚਰਨਾਂ 'ਚ ਪ੍ਰੀਤਮਾ। ਚਰਨਾਂ 'ਚ ਪ੍ਰੀਤਮਾ। ਚਰਨਾਂ 'ਚ ਪ੍ਰੀਤਮਾ। ਹਾਂ ਚਰਨਾਂ 'ਚ ਪ੍ਰੀਤਮਾ। ਚਰਨਾਂ 'ਚ ਪ੍ਰੀਤਮਾ।
ਨਿਵਾਸ ਤੇਰੇ ਚਰਨਾਂ 'ਚ ਪ੍ਰੀਤਮਾ ਹੋਵੇ ਨਿਵਾਸ ਤੇਰੇ ਚਰਨਾਂ 'ਚ ਪ੍ਰੀਤਮਾ ਹੋਵੇ ਨਿਵਾਸ ਤੇਰੇ ਚਰਨਾਂ 'ਚ ਪ੍ਰੀਤਮਾ। ਪਹਿਲੋਂ ਜਗ੍ਹਾ ਬਣਾਈ, ਟੈਂਚੀ ਵੀ ਇਹਦੇ 'ਚ ਪਾਣੀ ਪਾਉਣਾ ਹੈ। ਫਿਰ ਕਿਹਾ ਵੀ ਇੱਥੇ ਆਪਾਂ ਬੋਰ ਲਾਉਣਾ ਹੈ। ਇਹ ਸਾਰੇ ਹੁਣ ਉਲਟ ਨੇ, ਵਿਗਿਆਨਕ ਢੰਗ ਅਨੁਸਾਰ ਸਿਮਰਤ ਵੇਦ ਪ੍ਰਾਣ ਸਿਮਰਤ ਜੋਤਿਸ਼ ਅਨੁਸਾਰ ਪੰਜ ਸਿੰਘ ਅੰਦਰ ਗੁਰੂ ਸਾਹਿਬ ਦੇ ਕੋਲ ਮੈਂ ਕਿਹਾ ਵੀ ਚਲੇ ਜਾਓ, ਡੱਬਾ ਪ੍ਰਸ਼ਾਦ ਦਾ ਲੈ ਜਾਓ। ਮਾਂ ਸੰਪੜ ਪਾਠ ਚੱਲ ਰਿਹਾ ਹੈ, ਗੁਰੂ ਸਾਹਿਬ ਨੂੰ ਅਰਦਾਸ ਕਰੋ ਜੀ ਜਲ ਬਖਸ਼ੋ, ਪਾਣੀ ਬਖਸ਼ੋ। ਸੰਗਤਾਂ ਨੇ ਇਸ਼ਨਾਨ ਪਾਣੀ ਕਰਨਾ ਹੈ, ਬਿਲਡਿੰਗ 'ਚ ਲੱਗਣਾ ਹੈ, ਸਕੂਲ ਬਣਨਾ ਹੈ, ਜਲ ਦੀ ਬੜੀ ਲੋੜ ਹੈ, ਜਲ ਦੀ ਕਿਰਪਾ ਕਰੋ। ਅਰਦਾਸ ਕਰੋ। ਹੁਣ ਮਾਂ ਸੰਪਟ ਪਾਠ 'ਚ ਇੱਕ ਦੋ ਪੰਕਤੀਆਂ ਦਾ ਹੀ ਹੁਕਮਨਾਮਾ ਹੁੰਦਾ ਹੈ, ਕਿਉਂਕਿ ਸੰਪਟ ਵੱਡਾ ਹੈ ਨਾ। ਪਹਿਲੋ ਸੰਪਟ, ਫਿਰ ਪੰਕਤੀ, ਫਿਰ ਸੰਪਟ, ਫਿਰ ਪੰਕਤੀ, ਫਿਰ ਸੰਪਟ, ਤੇ ਪੂਰਾ ਸ਼ਬਦ ਕਈ ਵਾਰੀ ਹੁਕਮਨਾਮਾ ਨਹੀਂ ਸੁਣਾਇਆ ਜਾਂਦਾ, ਦੋ ਪੰਕਤੀਆਂ ਤੱਕ ਹੀ ਹੁਕਮਨਾਮਾ ਲਈਦਾ। ਉਹਨਾਂ ਨੇ ਅਰਦਾਸ ਕੀਤੀ। ਬਾਹਰ ਬੀਬੀਆਂ ਸੀ, ਮਾਤਾ ਜੀ ਸੀ, ਮਾਤਾ ਵਿਪਨਪ੍ਰੀਤ ਕੌਰ ਜੀ, ਉਹਨਾਂ ਨਾਲ ਜਥਾ ਸੀ। ਅਸੀਂ ਕਿਹਾ ਤੁਸੀਂ ਵੀ ਪੰਜ ਬੀਬੀਆਂ ਪਹੁੰਚ ਜਾ, ਆਪਣੀ ਸਿੱਖ ਧਰਮ ਦੀ ਮਰਜ਼ਾਦਾ ਹੈ ਪੰਜਾਂ ਦੀ, ਤੁਸੀਂ ਵੀ ਬੀਬੀਆਂ ਲੈ ਕੇ ਪਹੁੰਚ ਜਾਓ। ਉਹ ਪੰਜ ਸਿੰਘ ਅੰਦਰ ਚਲੇ ਗਏ ਪ੍ਰਸ਼ਾਦ ਲੈ ਕੇ ਅਰਦਾਸ ਕਰਨ ਮਹਾਂ ਸੰਪੜ 'ਚ, ਕਿ ਮਾਂ ਸੰਪੜ ਵਿੱਚ ਅੰਦਰ ਨਿਰੰਕਾਰ ਬੈਠਾ ਹੈ। ਆਖੋ ਸੀ ਇਸ ਕਰਕੇ ਅੰਦਰ ਬੜਾ ਭੈ ਰੱਖਣਾ ਪੈਂਦਾ ਹੈ ਕਿ ਇੱਥੇ ਨਿਰੰਕਾਰ ਬੈਠਾ ਹੈ, ਮਰਜ਼ਾਦਾ ਵਿੱਚ ਕਮੀ ਨਾ ਹੋਵੇ, ਕੋਈ ਗਲਤੀ ਨਾ ਹੋਵੇ, ਉੱਥੇ ਪੂਰਾ ਭੈ ਕਰਨਾ ਪੈਂਦਾ। ਬੜਾ ਸਮਝ ਕੇ ਪੱਗ ਧਰਿਓ ਤੇ ਨਾਲੇ ਡਰਦੇ ਰਿਹਾ ਜੀ। ਆਖੋ ਸੀ ਇਹ ਇੱਥੇ ਬੇਦਰਦਾਂ ਦੀ, ਇੱਥੇ ਬੇਅਦਬਾਂ ਦੀ ਕੋਈ ਗਿਣਤੀ ਨਹੀਂ, ਇੱਥੇ ਅਦਬ ਵਾਲਿਆਂ ਦੀ ਗਿਣਤੀ ਹੈ। ਤੇ ਉਹਨਾਂ ਭਾਈ ਹਰਜੀਤ ਸਿੰਘ ਵੀ ਸ਼ਾਇਦ ਨਾਲ ਹੀ ਸੀ ਜਦੋਂ ਅਰਦਾਸ ਕੀਤੀ, ਹੁਕਮਨਾਮਾ ਲਿਆ। ਹਾਂ ਤੇ ਆਹ ਹੁਕਮਨਾਮਾ ਉਸ ਸਮੇਂ ਆਇਆ। ਅਸੀਂ ਅਰਦਾਸ ਕੀਤੀ ਜੀ ਜਲ ਬਖਸ਼ੋ, ਤੇ ਜਦੋਂ ਹੁਣ ਮਾਂ ਸੰਪੜ ਪਾਠ ਅੰਗ ਬਦਲੇ ਤਾਂ ਜਾਣੇ ਨਹੀਂ, ਜਿਹੜੀ ਬਾਣੀ ਆ ਗਈ ਉੱਥੇ ਆ ਗਈ ਬਸ। ਤੇ ਹੁਕਮਨਾਮਾ ਕੀ ਆਇਆ? ਜਦੋਂ ਅਰਦਾਸ ਕੀਤੀ ਪੰਜ ਸਿੰਘਾਂ ਨੇ ਉੱਥੇ ਹਾਜ਼ਰ ਹੋ ਗਏ, ਪਾਠੀਆਂ ਨੇ ਵੀ, ਸੇਵਾਦਾਰਾਂ ਨੇ ਵੀ, ਤੇ ਹੁਕਮਨਾਮਾ ਗੁਰੂ ਸਾਹਿਬ ਦਾ ਆਇਆ। ਆ ਪੜਿਓ। ਕਲਾਈ ਤੋਂ ਦੋ ਪੰਕਤੀਆਂ। ਆਪੇ ਧਰਤੀ ਆਪ ਜਲ ਪਿਆਰਾ, ਆਪੇ ਕਰੇ ਕਰਾਇਆ। ਸਾਰੇ ਦੀ ਅੱਖਾਂ ਖੁੱਲੀਆਂ ਰਹਿ ਗਈਆਂ ਕਿ ਜਦੋਂ ਗੁਰੂ ਸਾਹਿਬ ਨੇ ਬੋਲ ਕੇ ਕਹਿਤਾ ਵੀ ਧਰਤੀ ਵੀ ਆਪ ਹੀ ਹੈ, ਜਲ ਵੀ ਆਪ ਹੀ ਹੈ, ਕਰਨਾ ਕਰਾਉਣਾ ਵੀ ਆਪ ਹੀ ਹੈ। ਇੱਥੇ ਪੁਰਾਣਾ ਸ਼ਾਸਤਰਾਂ ਵੇਦਾਂ ਜਾਂ ਹੋਰ ਜੋਤਿਸ਼ ਜਾਂ ਹੋਰ ਆਪਣੇ ਆਪਣੇ ਵੇਦ ਪ੍ਰਾਂਤ ਤਾਂ ਗੁਰਬਾਣੀ ਜੋਤਿਸ਼ ਚੱਲਦਾ ਹੈ। ਮੁਸਲਮਾਨ ਦੇ ਆਪਣੇ ਧਰਮ ਦੀ ਚੀਜ਼ਾਂ ਚੱਲਦੀਆਂ, ਹਿੰਦੂ ਦੀਆਂ ਆਪਣੀਆਂ, ਈਸਾਈ ਧਰਮ 'ਚ ਆਪਣੇ ਆ ਢੰਗ ਤਰੀਕੇ, ਪਰ ਸਿੱਖ ਧਰਮ ਦੇ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਨਾਲ ਤੇ ਗੁਰਸਿੱਖਾਂ ਨਾਲ, ਸਾਧ ਸੰਗਤ ਨਾਲ। ਗੁਰੂ ਸਾਹਿਬ ਨੇ ਆਪੇ ਹੀ ਬੋਲ ਕੇ ਕਹਿ ਦਿੱਤਾ ਕਿ ਧਰਤੀ ਵੀ ਮੇਰਾ ਪਿਆਰਾ ਆਪ ਹੀ ਏ, ਜਲ ਵੀ ਮੇਰਾ ਪਿਆਰਾ ਆਪ ਏ, ਕਰਨ ਕਰਾਉਣ ਵਾਲਾ ਵੀ ਮੇਰਾ ਪਿਆਰਾ ਆਪ ਏ। ਅੱਗੇ
ਆਪੇ ਹੁਕਮ ਵਰਤਾਇਂਦਾ ਪਿਆਰਾ ਜਲ ਮਾਟੀ ਬੰਦ ਵੇਖ ਕੇ ਪੜ ਗਈ, ਵੇਖ ਕੇ ਪੜ। ਆਪੇ ਹੁਕਮ ਵਰਤਦਾ ਪਿਆਰਾ ਜਲ ਮਾਟੀ ਬੰਦ ਰਖਾਇਆ। ਕਹਿੰਦੇ ਆਪੇ ਹੀ ਹੁਕਮ ਚ ਵਰਤਾਉਂਦਾ ਹੈ ਪਿਆਰਾ, ਜਲ ਨੂੰ ਮਿੱਟੀ ਵਿੱਚ ਬਣ ਕੇ ਰੱਖਿਆ ਹੈ, ਪੱਥਰਾਂ 'ਚ। ਇਹ ਪੱਥਰ ਮਿੱਟੀ ਨੇ ਨਾ, ਕਹਿੰਦੇ ਜਲ ਨੂੰ ਬਣ ਕੇ ਰੱਖਿਆ ਹੈ। ਜਦੋਂ ਆਏ ਬਾਹਰ ਮੈਂ ਕਿਹਾ ਵੀ ਭਾਈ ਜਰਮਨ ਸਿੰਘ ਸੀ, ਮੈਂ ਕਿਹਾ ਜਦੋਂ ਲਾਉਣ ਲੱਗੇ ਤੱਕ ਮਨ ਤਾਂ ਹੁੰਦਾ ਹੀ ਹੈ ਕਿ ਪਾਣੀ ਨਿਕਲੇਗਾ ਕਿ ਨਹੀਂ ਨਿਕਲੇਗਾ, ਤੇ ਭਰੋਸਾ ਦੇਣਾ ਗੁਰੂ ਸਾਹਿਬ ਨੇ। ਅਜੇ ਟਾਕੀ ਲਾਉਣਾ ਸੀ, ਅਸੀਂ ਉੱਥੇ ਖੜ ਕੇ ਜਾ ਕੇ, ਸਾਰੀ ਮਸ਼ੀਨ ਲੱਗ ਰਹੀ ਹੈ। ਮੈਂ ਕਿਹਾ ਵੀ ਹੁਕਮਨਾਮਾ ਕਿਹੜਾ ਸੀ? ਉਹਨੇ ਕਿਹਾ ਵੀ ਆਪੇ ਧਰਤੀ ਆਪ ਜਲ ਪਿਆਰਾ ਆਪੇ ਕਰੇ ਕਰਾਇਆ। ਮੈਂ ਕਹਿੰਦਾ ਗੱਲ ਹੀ ਮੁੱਕ ਗਈ, ਗੱਲ ਹੀ ਮੁੱਕ ਗਈ। ਗੁਰੂ ਸਾਹਿਬ ਨੇ ਜਲ ਬਖਸ਼ਤਾ। ਇਹ ਵਿਧੀ ਹੈ ਗੁਰਬਾਣੀ ਅਨੁਸਾਰ। ਸਾਧ ਸੰਗਤ ਅਨੁਸਾਰ ਹਉਮੈ ਚ ਨਹੀਂ ਕਰਨਾ, ਐਵੇਂ ਹੀ ਪਹਿਲੋਂ ਚੌੜੇ ਨਹੀਂ, ਮੈਂ ਤਾਂ ਕਰ ਲਿਆ, ਮੇਰਾ ਹੋ ਗਿਆ, ਮੈਂ ਮੇਰਾ ਤਾਂ ਗੁਰੂ ਬੜਾ ਵੱਡਾ। ਹੰਕਾਰ, ਗੁਰੂ ਦਾਸਾ ਭਾਵ ਨਾਲ ਮਨਾਏ ਜਾਂਦੇ ਆ, ਗੁਰੂ ਹੰਕਾਰ ਨਾਲ ਨਹੀਂ ਮਨਾਏ ਜਾਂਦੇ। ਸਾਡਾ ਗੁਰੂ ਬੜਾ ਵੱਡਾ, ਅਸੀਂ ਨਹੀਂ ਕਦੀ ਹਾਰ ਖਾ। ਹਉਮੈ ਦੀਆਂ ਗੱਲਾਂ ਨੇ, ਸਾਡੇ ਤਾਂ ਕੰਮ ਹੋਏ ਪਏ, ਸਾਨੂੰ ਕਾਹਦੀ ਫਿਕਰ? ਇਹੋ ਜਿਹੀਆਂ ਹਉਮੈ ਦੀਆਂ ਗੱਲਾਂ ਨਹੀਂ। ਗਰੀਬੀ ਵਿੱਚ ਕਹਿਣਾ ਹੈ, ਗਰੀਬੀ 'ਚ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ, ਆਪੇ ਹੁਕਮ ਵਰਤਦਾ ਪਿਆਰਾ ਜਲ ਮਾਟੀ ਬੰਦ ਰਖਾਇਆ। ਕਿੰਨੀ ਵੱਡੀ ਉਹਦੀ ਕਰਾਮਾਤ ਹੈ ਕਿ ਮਿੱਟੀ ਵਿੱਚ ਪਾਣੀ ਬਣ ਕੇ ਰੱਖਿਆ। ਪੰਜਾਬ ਦੀ ਧਰਤੀ ਤੇ ਆਪਾਂ ਬੋਰ ਮਾਰਦੇ ਆ ਨਾ, ਇੰਨਾ ਪਾਣੀ ਦੀ ਧਾਰ ਚੱਲਦੀ, ਜਿਵੇਂ ਕਿਸੇ ਤਲਾਬ 'ਚੋਂ ਲੈਂਦੇ ਆ, ਪਰ ਥੱਲੇ ਮਿੱਟੀ ਹੈ, ਰੇਤਾ ਹੈ। ਪਰਮੇਸ਼ਰ ਕਿਵੇਂ ਬਖਸ਼ਦਾ ਝਰਨੇ, ਕਿਵੇਂ ਥੱਲੇ ਝਰਨੇ ਚਲਾਉਂਦਾ, ਜਲ ਬਖਸ਼ਦਾ। ਲੋਕੀ ਨਹੀਂ ਗੁਣ ਗਾਉਂਦੇ ਪਰਮੇਸ਼ਰ ਦੇ, ਜਿਵੇਂ ਉਹ ਫਿਰ ਬੰਦ ਵੀ ਕਰ ਦਿੰਦਾ, ਪਾਣੀ ਦੂਰ ਵੀ ਕਰ ਲੈਂਦਾ। ਰੱਬ ਦੇ ਗੁਣ ਗਾਓ, ਪਰਮਾਤਮਾ ਦੇ, ਜਿਹੜਾ ਸਰਬ ਸ਼ਕਤੀਮਾਨ ਹੈ। ਗੁਰੂ ਨਾਨਕ ਸਾਹਿਬ ਨੇ ਮਾਰਗ ਚਲਾਇਆ, ਉੱਥੇ ਅਰਦਾਸ ਕਰੋ, ਗੁਰੂ ਸਾਹਿਬ ਕਿਰਪਾ ਕਰ ਦੇਣਗੇ। ਵੀ ਬਾਬਾ ਜੀ ਦਾ ਘਰ ਗੁਰੂ ਨਾਨਕ ਸਾਹਿਬ ਦਾ ਘਰ ਹੈ, ਬਾਬਾ ਜੀ ਨੇ ਆਪ ਦਾ ਨਹੀਂ ਬਣਾਇਆ। ਇਸ ਘਰ ਵਿੱਚ ਤਾਂ ਹੀ ਸਭ ਕੁਝ ਹੈ ਕਿ ਕਹੋ ਨਾਨਕ ਸ਼ਹੁ ਘਰ ਮੇ ਬੈਠਾ ਮੇਰੇ ਸੋਹੇ ਬੰਕ ਦੁਆਰ। ਮੇਰਾ ਘਰ-ਬਾਰ ਕਾਰੋਬਾਰ ਸਭ ਤਾਂ ਹੀ ਸ਼ੋਭਦੇ ਨੇ, ਤਾਂ ਹੀ ਚੱਲਦੇ ਨੇ, ਸ਼ਹੁ ਆਪ ਬੈਠਾ ਹੋਇਆ। ਆਖੋ ਸੀ ਵਾਹ। ਉਹ ਸੰਗਤ ਨੇ ਭਾਈ ਸਾਹਿਬ ਜੀ ਨੂੰ ਬੇਨਤੀ ਕੀਤੀ, ਜੀ ਸਾਡੇ ਜ਼ਰੂਰ ਕਰੋ ਕਿਰਪਾ। ਕਹਿੰਦੇ ਵੀ ਸਾਡੇ ਪ੍ਰੋਗਰਾਮ ਬੜੇ ਨੇ, ਇਹ ਤਾਂ ਇਸ ਦਿਨ ਤੱਕ ਪ੍ਰੋਗਰਾਮ ਬਣਨਾ ਹੀ ਨਹੀਂ। ਫਾਣੀ ਥਾਂ ਤੇ ਇੱਧਰ ਉੱਧਰ 2-3 ਸ਼ਹਿਰਾਂ ਦੇ ਵੱਡਿਆਂ ਦੇ ਨਾਂ ਲਏ ਤੇ ਅਸੀਂ ਕਹਿੰਦੇ ਜੀ ਜ਼ਰੂਰ ਸਾਡੇ ਕਿਰਪਾ ਕਰੋ। ਬਹੁਤ ਸੰਗਤ ਉੱਥੇ ਜੁੜਦੀ ਹੈ। ਤੇ ਉਹਨਾਂ ਨੇ ਕਿਹਾ ਵੀ ਠੀਕ ਹੈ। ਆਣ ਕੇ ਉਹਨਾਂ ਨੇ ਕਿਹਾ ਭਾਈ ਅਸੀਂ ਸਮਾਂ ਤਾਂ ਵੇਖਾਂਗੇ, ਫਿਰ ਬੈਠੇ ਜਦੋਂ ਕੋਈ ਇੱਧਰ ਉੱਧਰ ਪਲਟਾ ਮਾਰ ਲਾਂਗੇ। ਤੇ ਇੱਕ ਗੱਲ ਦਾ ਖਿਆਲ ਰੱਖਿਓ, ਭਾਈ ਸਾਹਿਬ ਕਹਿੰਦੇ ਵੀ ਆ ਜਿਹੜਾ ਬਾਬਾ ਜੀ ਦਾ ਘਰ ਹੈ ਨਾ, ਇਹ ਬਾਬਾ ਜੀ ਦਾ ਘਰ ਹੀ ਹੈ। ਉਹਨਾਂ ਨੇ ਕਿਹਾ ਵੀ ਕਿਤੇ ਸਾਨੂੰ ਸੁੱਕਾ ਹੀ ਨਾ ਰਗੜ ਦੇਣ। ਭਾਈ ਹਰਬੰਸ ਨੇ ਕਿਹਾ ਕਿਤੇ ਬਾਬਿਆਂ ਦੇ ਘਰ ਵੀ, ਬਾਬਿਆਂ ਦੇ ਇੱਥੇ ਫਰੀ ਹਾਜ਼ਰੀਆਂ ਭਰਦੇ ਆ, ਤੇ ਸਾਨੂੰ ਵੀ ਮਦਰਾਸ ਕਿਤੇ ਸੁੱਕਾ ਹੀ ਨਾ ਰਗੜਨ ਜਾ ਕੇ।
ਉਹ ਕਹਿੰਦੇ ਜੀ ਇਹ ਮੈਨੂੰ ਕਹਿੰਦੇ ਵੀ ਇਹ ਬਾਬਾ ਜੀ ਦਾ ਘਰ, ਬਾਬਾ ਜੀ ਦਾ ਘਰ ਹੀ ਹੈ, ਤੇ ਉੱਥੇ ਥੋੜਾ ਜਿਹਾ ਖਿਆਲ ਵੇਖ ਲਿਓ। ਮੈਂ ਕਿਹਾ ਜੀ ਤੁਸੀਂ ਦੱਸ ਦਿਓ। ਕਹਿੰਦੇ ਕਾਫੀ ਸਾਲਾਂ ਦੀ ਗੱਲ ਹੈ, ਕਹਿੰਦੇ 51,000 ਤਾਂ ਸਾਡੀ ਭੇਟਾ ਹੈਗੀ ਹੈ ਨਾ ਪੱਕੀ, ਜਦੋਂ ਅਸੀਂ ਜਾਣੇ ਜਿੱਥੇ ਉਹ ਲੈਂਦੇ ਹਾਂ, ਤੇ 2-3 ਅਸੀਂ ਘਰ ਦੇ ਮੈਂਬਰ ਹਾਂ, ਤੇ ਮਦਰਾਸ ਹੋਣਾ ਪਹਿਲੀ ਵਾਰੀ ਤੁਹਾਡੇ। ਕਈ ਵਾਰੀ ਬੱਚੇ ਵੀ ਤਿਆਰ ਹੋ ਜਾਂਦੇ ਆ, 5-6 ਮੈਂਬਰ ਹੋ ਜਾਗੇ ਅਸੀਂ, ਤੇ ਜਹਾਜ਼ ਦੀਆਂ ਟਿਕਟਾਂ ਸਾਡੀਆਂ ਆਉਣ ਜਾਣ ਦੀਆਂ ਕਰਦੇ ਆ ਜੀ। ਉਹਨਾਂ ਕਿਹਾ ਤੇ 2-2.5 ਲੱਖ 'ਚ ਰਗੜ ਕੇ ਰੱਖ ਦੇਣਗੇ। ਪਹਿਲਾਂ ਉਹ ਕਹਿੰਦੇ ਅਸੀਂ ਦੇਖਦੇ ਹਾਂ ਜੀ ਪ੍ਰੋਗਰਾਮ, ਸਮਾਂ ਸੀ ਤਾਂ ਨਿਕਲਿਆ ਤੇ ਤਾਂ ਆ ਗਏ। ਮਗਰੋਂ ਕਮੇਟੀ ਕਹਿਣ ਲੱਗੀ ਜੀ ਅਸੀਂ ਸੰਗਤ ਨੂੰ ਪੁੱਛਦੇ ਹਾਂ। ਜਦੋਂ ਉਹਨਾਂ ਨੇ ਆਪਦਾ ਵੱਟਾ ਰੱਖਿਆ, ਫਿਰ ਉਹ ਕਹਿੰਦੇ ਜੀ ਅਸੀਂ ਸੰਗਤ ਨਾਲ ਸਲਾਹ ਕਰਦੇ ਹਾਂ। ਸਲਾਹ ਕੀ ਹੋਣੀ ਸੀ? ਮੁੜ ਕੇ ਉਹਨਾਂ ਕਿਹਾ ਬਾਬਿਆਂ ਦਾ ਘਰ ਹੈ ਵੀ ਇੱਥੇ ਤਾਂ ਜਿਵੇਂ ਇੱਥੇ ਹਾਜ਼ਰੀ ਭਰਦੇ ਉਵੇਂ ਉੱਥੇ ਭਰਨਗੇ। ਪਰ ਬਾਬਾ ਜੀ ਦੇ ਘਰ ਵਿੱਚ ਵੱਡੇ ਤੋਂ ਵੱਡੇ ਪਾਠੀ, ਵੱਡੇ ਤੋਂ ਵੱਡੇ ਰਾਗੀ, ਸਾਰੇ ਜਿੰਨੇ ਵੀ ਆਉਂਦੇ ਆ ਨਾਨਕਸਰ ਦੇ ਵਿੱਚ, ਸਾਰੇ ਤਨ ਮਨ ਧਨ ਦੇ ਨਾਲ ਬਾਬਾ ਜੀ ਦੇ ਚਰਨਾਂ 'ਚ ਹਾਜ਼ਰੀਆਂ ਲਾਉਂਦੇ। ਭਾਈ ਗੁਰਕਬਾਲ ਸਿੰਘ ਜੀ ਵੀ ਨੇ, ਜਥੇ ਵੀ ਜਿੰਨੇ ਉਹ ਸਾਡੇ ਕੋਲ ਭੇਜਦੇ ਆ, ਕੋਈ ਇੱਛਾ ਲੈ ਕੇ ਨਹੀਂ ਆਉਂਦਾ, ਮਾਇਆ ਲੈਣ ਨਹੀਂ ਆਉਂਦਾ ਕੋਈ ਵੀ। ਇਹ ਹਾਜ਼ਰੀਆਂ ਭਰਨ ਵਾਸਤੇ ਆਉਂਦੇ। ਜਿਹੜੇ ਮਹਾਂਪੁਰਸ਼ਾਂ ਦੇ, ਗੁਰਮੁਖਾਂ ਦੇ, ਬਾਬਾ ਜੀ ਦੇ ਘਰ ਦੇ ਸੰਗੀ ਨੇ। ਭਾਈ ਗੁਰਚਰਨ ਸਿੰਘ ਜੀ ਦੱਸਿਆ ਵੀ ਕਈ ਦਿਨ ਲਾ ਗਏ ਸੀ ਰੰਗਾਬਾਦ। ਹੋਰ ਵੀ ਜਥੇ ਨਾਨਕਸਰ ਦੇ ਜਿਹੜੇ ਪਿਆਰ ਪਾਉਣ ਵਾਲੇ, ਭਾਈ ਗੁਰਦੀਪ ਸਿੰਘ ਜੀ, ਹੋਰ ਸਾਰੇ ਜਥੇ ਆ ਜਾਂਦੇ ਆ। ਪਰ ਸਾਰੇ ਆਉਂਦੇ ਮਨ ਵਿੱਚ ਨਿਸ਼ਕਾਮਤਾ ਰੱਖ ਕਿ ਅਸੀਂ ਆਪਣੀਆਂ ਹਾਜ਼ਰੀਆਂ ਲਾ ਲਈਏ, ਦਰਸ਼ਨ ਮੇਲਾ ਕਰ ਲਈਏ, ਸਾਧ ਸੰਗਤ ਵਿੱਚ ਸਮਾਂ ਬਿਤਾ ਲਈਏ। ਇਹ ਸਵਰਗ ਕਿਤੇ ਲੱਭਦੇ ਨੇ? ਆਖੋ, ਇਹ ਬੇਕੁੰਠ ਮਿਲਦੇ ਆ। ਜਿੱਥੇ ਵਸਦੇ ਨੇ ਭਗਤ ਪਿਆਰੇ, ਬੇਕੁੰਠ ਉਹ ਨਗਰੀ, ਭਾਗਾਂ ਵਾਲੀ ਉਹ ਧਰਤੀ, ਜਿੱਥੇ ਗੁਰੂ ਨਾਨਕ ਦਾ ਨਾਮ ਜਪਿਆ ਜਾਂਦਾ ਹੈ। ਉਹ ਨਗਰੀ ਬੇਕੁੰਠ, ਜਿੱਥੇ ਗੁਣ ਗਾਏ ਜਾਂਦੇ ਆ। ਪਰਿਵਾਰ ਨੇ ਵੀ ਤਨ ਮਨ ਧਨ ਅਰਪਣ ਕਰਕੇ ਇਹ ਮਾਂ ਸੰਪੜ ਪਾਠ ਕਰਾਉਣੇ ਆ, ਕੋਈ ਕਰਾ ਨਹੀਂ ਸਕਦਾ। ਕਸਵੱਟੀ ਇੰਨੀ ਸੰਗਤ ਦੀ ਚਾਲ ਚੱਲਣੀ ਵੀ ਔਖੀ ਹੁੰਦੀ। ਇੱਕ ਦੋ ਸੰਗੀ ਸੀ ਆਪਸ ਵਿੱਚ, ਇੱਕ ਤੇ ਤਾਂ ਰੰਗ ਪੂਰਾ ਚੜਿਆ ਸੀ, ਦੂਜਿਆਂ ਤੇ ਥੋੜਾ ਸੀ। ਉਹਨਾਂ ਨੇ ਚਹਿਲ ਵਿੱਚ ਹੋਟਲ ਬਣਾਏ ਤੇ ਅਸੀਂ ਜਾਂਦੇ ਸੀ ਹਰ ਸਾਲ ਉੱਥੇ, ਵੀ ਚਲੋ ਗਰਮੀ ਵੀ ਕੱਟਣੀ, ਨਾਮ ਵੀ ਜਪਿਆ ਜਾਏਗਾ, ਸੰਗੀਆਂ ਨੂੰ ਵੀ ਸਾਡਾ ਵੀ ਤਿਲ ਫੁਲ ਪ੍ਰਵਾਨ ਹੋ ਜਾਏਗਾ। ਇੱਕ ਸਾਲ ਉਹਨਾਂ ਨੇ, ਦੂਜੇ ਭਾਈਵਾਲ ਨੇ ਕਹਿਤਾ ਕਿ ਬਾਬਾ ਜੀ ਆਉਂਦੇ ਆ, ਸੰਗਤਾਂ ਆਉਂਦੀਆਂ, ਬਿਸਤਰੇ ਸਾਰੇ ਗੰਦੇ ਹੋ ਜਾਂਦੇ ਆ, ਟੂਟੀਆਂ ਟੁੱਟ ਜਾਂਦੀਆਂ ਤੇ ਨੁਕਸਾਨ ਬੜਾ ਝੱਲਣਾ ਪੈਂਦਾ। ਨੁਕਸਾਨ ਬੜਾ ਝੱਲਣਾ ਪੈਂਦਾ, ਟੂਟੀਆਂ ਵਗੈਰਾ, ਹੋਰ ਕਈ ਚੀਜ਼ਾਂ ਖਰਾਬ ਹੋ ਜਾਂਦੀਆਂ। ਇੱਥੇ ਹੁਣ ਬਹੁਤ ਹੱਥ ਲਾਏ ਤੋਂ ਚੀਜ਼ਾਂ ਮੈਲੀਆਂ ਹੁੰਦੀਆਂ। ਇਹੋ ਜਿਹੀਆਂ ਚੀਜ਼ਾਂ ਨੇ ਕਿ ਹੱਥ ਸੋਚ ਸਮਝ ਕੇ ਲਾਉਣਾ ਹੈ, ਤੇ ਸੰਗਤ ਫਿਰ ਆਪਣਾ ਢੰਗ ਹੀ ਵਰਤਦੀ ਸਾਰਾ। ਉਹਨਾਂ ਕਿਹਾ ਜੀ ਥੋੜਾ ਜਿਹਾ ਦੇਖ ਲਿਓ, ਬਾਬਾ ਜੀ ਨੁਕਸਾਨ ਬੜਾ ਕਰ ਜਾਂਦੇ, ਸੰਗਤਾਂ ਨੁਕਸਾਨ ਬਹੁਤ ਕਰ ਜਾਂਦੀਆਂ। ਹੁਣ ਉਹਨਾਂ ਦੇ ਮਨ ਵਿੱਚ ਕਮੀ ਸੀ। ਇੱਕ ਭਾਈਵਾਲ ਨੇ ਕਿਹਾ ਵੀ ਕੋਈ ਨਹੀਂ, ਸਾਨੂੰ ਕਹਿੰਦੇ ਤੁਸੀਂ ਆ ਜਾਓ, ਤੇ ਪਰ ਆਹ ਗੱਲ ਕਈ ਨਾਲ ਦੇ ਭਾਈਵਾਲ ਨੇ,
ਅਸੀਂ ਕਿਹਾ ਗੁਰੂ ਸਾਹਿਬ ਦਾ ਹੁਕਮਨਾਮਾ ਲਵਾਂਗੇ, ਜੇ ਆਗਿਆ ਮਿਲੀ ਤਾਂ। ਇਹ ਵੀ ਕੋਈ ਸੌਦਾ ਸਸਤਾ ਨਹੀਂ। ਜੇ ਤੁਹਾਨੂੰ ਇਹ ਕਿ ਸੰਗਤਾਂ ਇਉਂ ਕਰਦੀਆਂ, ਸੰਗਤਾਂ ਇਉਂ ਕਰਦੀਆਂ, ਤੇ ਫਿਰ ਸੰਗਤਾਂ ਵੀ ਕੋਈ ਸੌਖੀਆਂ ਨਹੀਂ, ਇਹ ਬੜੀਆਂ ਮਹਿੰਗੀਆਂ ਨੇ। ਜੇ ਤੁਹਾਡੇ ਸਥਾਨ ਮਹਿੰਗੇ ਆ, ਤੁਹਾਡੇ ਤੋਂ ਕਈ ਕਰੋੜਾਂ ਗੁਣਾ ਸੰਗਤਾਂ ਮਹਿੰਗੀਆਂ ਨੇ, ਕਈ ਕਰੋੜਾਂ ਗੁਣਾ ਸਤਸੰਗ ਮਹਿੰਗਾ। ਅਸੀਂ ਹੁਕਮਨਾਮਾ ਲਿਆ, ਨਹੀਂ ਮਿਲਿਆ, ਨਾ ਗਏ। ਉਹਨਾਂ ਦੇ ਕੋਈ ਜਿਹੜੇ ਲੋਕ ਠਹਿਰਨ ਵਾਸਤੇ ਆਉਂਦੇ ਆ, ਉਹ ਕੋਈ ਆਇਆ ਹੀ ਨਹੀਂ, ਸਾਲ ਬੰਦ ਹੀ ਰਿਹਾ, ਚੱਲਿਆ ਹੀ ਨਹੀਂ ਹੋਟਲ, ਤੇ ਇੱਕ ਦੋ ਛੱਤਾਂ ਵੀ ਆਪਣੇ ਆਪ ਡਿੱਗ ਪਈਆਂ, ਵੱਧ ਚੀਜ਼ਾਂ ਟੁੱਟ ਭੱਜ ਗਈਆਂ, ਲੋਕ ਵੀ ਨਾ ਆਏ। ਤੇ ਕਹਿੰਦੇ ਜੀ ਇਸ ਵਾਰੀ ਸੰਗਤ ਨਹੀਂ ਆਈ, ਕਥਾ ਕੀਰਤਨ ਨਹੀਂ ਹੋਏ, ਤੇ ਬੜਾ ਨੁਕਸਾਨ ਝੱਲਣਾ ਪਿਆ। ਮੈਂ ਕਿਹਾ ਸੰਗਤਾਂ ਗੁਰੂ ਨਾਨਕ ਦੀਆਂ ਕੁਝ ਦੇ ਕੇ ਜਾਂਦੀਆਂ, ਆਖੋ ਸ੍ਰੀ ਵਾਹਿਗੁਰੂ, ਕੋਈ ਲੈ ਕੇ ਨਹੀਂ ਜਾਂਦੀ, ਇਹ ਕੋਈ ਦੇ ਕੇ ਜਾਂਦੀਆਂ। ਜੋ ਮਰਜੀ ਸੌਂਪਦਾ ਗੁਰੂ ਨਾਨਕ ਨੂੰ, ਕੋਈ ਵਿਗੜੇ, ਕੋਈ ਟੁੱਟੇ ਭੱਜੇ, ਸਭ ਕੁਝ ਗੁਰੂ ਨਾਨਕ ਦਾ। ਸਾਧ ਸੰਗਤ ਨੇ ਇਹ ਮਹਿੰਗੀ, ਇਹ ਸਾਧ ਸੰਗਤ ਬੜੀ ਮਹਿੰਗੀ ਹੈ, ਬੜਾ ਸੌਦਾ ਮਹਿੰਗਾ ਹੈ। ਜੇ ਤੁਹਾਡਾ ਥਾਂ ਬੜਾ ਮਹਿੰਗਾ ਹੈ ਨਾ, ਇੱਥੇ ਇੱਕ ਦਿਨ ਠਹਿਰਨ ਦੇ ਬੜੇ ਪੈਸੇ ਆ, ਤੇ ਸਾਧ ਸੰਗਤ ਵੀ ਬਹੁਤ ਮਹਿੰਗੀ ਹੈ। ਇਹਨਾਂ ਵਾਸਤੇ ਵੀ ਇੱਕ ਘੜੀ ਦੇਣੀ ਬਹੁਤ ਮਹਿੰਗੀ ਆ। ਆਖੋ ਸਾਧ ਸੰਗਤ ਦੀ ਇੱਕ ਘੜੀ, ਭਜਨ ਨਾ ਬਰਸ 50, ਜਥਾ ਮੇਘ ਆਦੀ ਘੜੀ, ਕੁਆੜਾ 12 ਮਾਸ, ਖੂਹ ਚੱਲਦਾ ਰਹੇ 12 ਮਹੀਨੇ, ਤੇ ਮੀਂਹ ਦਾ ਅੱਧੀ ਘੜੀ ਦਾ ਹੀ ਬਥੇਰਾ ਹੈ। ਉਹਨੇ ਸਾਰੇ ਖੇਤ ਭਰਦੇ ਨੇ, ਖੂਹ ਨੇ 12 ਮਹੀਨਿਆਂ 'ਚ ਨਹੀਂ ਭਰਨੇ। ਤੇ ਸਾਧ ਸੰਗਤ ਦੀ ਜੀ ਬਾਰਿਸ਼ ਹੋ ਗਈ ਨਾ ਅੱਧੀ ਘੜੀ ਦੀ, ਤੇ 50 ਸਾਲਾਂ ਦਾ ਭਜਨ ਵੀ ਉਹਦੇ ਬਰਾਬਰ ਨਹੀਂ ਕੋਈ। ਤੁਸੀਂ 50 ਸਾਲ ਇੱਥੇ ਪਾਠ ਪੂਜਾ ਕਰਦੇ ਰਿਹਾ ਜੀ, ਨਾਮ ਸਿਮਰਨ ਜਪਦੇ ਰਿਹਾ ਜੇ। ਜਿਹੜਾ ਅੱਧੀ ਘੜੀ ਸੰਗਤਾਂ ਨੇ, ਅੱਧੀ ਘੜੀ ਸੰਗਤ ਦੀ ਵੀ 10-12 ਮਿੰਟ ਦੀ ਬੜੀ ਕੀਮਤੀ ਏ। ਇਹ ਤਾਂ ਇੰਨੀਆਂ ਘੜੀਆਂ ਹੋ ਗਈਆਂ, ਆਖੋ ਸ੍ਰੀ ਵਾਹਿਗੁਰੂ ਜੀ, ਇਹ ਕੀਮਤੀ ਘੜੀਆਂ। ਹਰਖ ਅਨੰਤ ਸੋਗਣੀ ਬੀਆ, ਸੋ ਘਰ ਗੁਰੂ ਨਾਨਕ ਕੋ ਦੀਆ। ਇਸ ਕਰਕੇ ਇਸ ਘਰ ਅੱਗੇ ਸਭ ਦੇ ਨਮਸਕਾਰ ਹੈ, ਮੱਥੇ ਟੇਕੇ ਹੋਏ ਆ। ਇਸ ਘਰ ਦੇ ਅੱਗੇ ਡੰਡੌਤ ਬੰਧਨਾ ਹੈ, ਗੁਰੂ ਨਾਨਕ ਦਾ ਘਰ ਹੈ। ਬਾਬਾ ਜੀ ਨੇ ਜਾਣਾ ਹੁੰਦਾ ਸੀ ਪਹਾੜਾਂ ਨੂੰ, ਤੇ ਪੂਰਨਮਾਸ਼ੀ ਤੇ ਜਥੇ ਆਉਂਦੇ ਸੀ ਸਾਰੇ, ਤੇ ਧੰਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ, ਧੰਨ ਬਾਬਾ ਆਨੰਦ ਸਿੰਘ ਜੀ, ਪੂਰਨਮਾਸ਼ੀ ਲੱਗਣੀ। ਹੁਣ ਪਤਾ ਬਾਬਾ ਜੀ ਨੇ ਗਰਮੀਆਂ ਨੂੰ ਪਹਾੜਾਂ 'ਚ ਜਾਣਾ। ਜਿੰਨੇ ਜਥੇ ਆਏ ਬਾਬਾ ਜੀ ਨੇ ਸਾਰਿਆਂ ਨੂੰ ਕਹਿਣਾ ਵੀ ਚੱਲੋ ਨਾਲ ਸਾਡੇ, ਚੱਲੋ ਨਾਲ, ਚੱਲੋ ਨਾਲ। ਸੰਤ ਸੁਜਾਨ ਸਿੰਘ ਜੀ ਕਹਿੰਦੇ ਅਸੀਂ ਲੁਕਦੇ ਹੁੰਦੇ ਸੀ, ਅਸੀਂ ਡਰਦੇ ਹੁੰਦੇ ਸੀ ਕਿ ਬਾਬਾ ਜੀ ਨੇ ਮਹੀਨਾ ਨਹੀਂ ਛੱਡਣਾ। ਤੇ ਕਹਿੰਦੇ ਅਸੀਂ ਜਾਣਾ ਨਾ ਕਰਨਾ। ਬਾਬਾ ਜੀ ਨੇ ਫਿਰ ਖਿੱਚ ਲੈਣਾ ਤਰੀਕੇ ਨਾਲ, ਬਸ ਇਹੋ ਜਿਹਾ ਸੰਗਲ ਘੁਮਾ ਕੇ ਮਾਰਦੇ ਸੀ, ਅਸੀਂ ਭੱਜਣਾ, ਉਹਨਾਂ ਨੇ ਖਿੱਚ ਲੈਣਾ। ਪਰ ਅੱਜ ਕਹਿੰਦੇ ਅਸੀਂ ਰੋਨੇ ਆ, ਉਦੋਂ ਕਿਉਂ ਭੱਜਦੇ ਸੀ, ਕਿਉਂ ਨਹੀਂ ਨਾਲ ਜਾਂਦੇ ਸੀ। ਮਾਇਆ ਪਿੱਛੇ ਥੋੜੀ ਬਹੁਤੀ ਵੀ ਇੱਧਰ ਪ੍ਰੋਗਰਾਮ ਕਰ ਲਾਂਗੇ, ਉੱਧਰ ਕਰ ਲਾਂਗੇ। ਸਾਡਾ ਧੰਦਾ ਕੀਰਤਨ ਹੀ, ਸਾਡਾ ਧੰਦਾ ਕੀਰਤਨ ਹੀ, ਹੋਰ ਤਾਂ ਕੋਈ ਕੰਮ ਨਹੀਂ ਚੱਲਦਾ। ਇਹੀ ਕਰਨਾ, ਇਹਦੇ ਨਾਲ ਹੀ ਮਹਾਂਪੁਰਖਾਂ ਨੇ ਕਿਹਾ ਸੀ ਕੀਰਤਨ ਕਰੋ, ਬੇਟਾ ਲਿਆ ਕਰੋ, ਪਰਿਵਾਰ ਚਲਾਈ ਜਾਓ, ਗੁਰੂ ਨਾਨਕ ਸਾਹਿਬ ਦੇ ਨਾਲ ਜੁੜੇ ਰਹੋਗੇ, ਆਪਦੀ ਕੀਰਤੀ ਕੀਰਤਨ ਬਣਾ ਲਓ।
ਕਿਰਤੀ ਸਾਧ ਸੰਗਤ ਕਰ ਲਓ। ਕਿਰਤ ਵਾਸਤੇ ਸਮਾਂ ਕੱਢਣਾ ਪੈਂਦਾ ਨੇ। 8-10 ਘੰਟੇ ਦੁਕਾਨਾਂ ਤੇ ਜਾਓ, ਇੱਧਰ ਜਾਓ, ਆ ਵਪਾਰ ਕਰੋ, ਲੈਣੇ ਦੇਣੇ ਕਰੋ। ਕਹਿੰਦੇ ਸਭ ਮੁਕਾ ਕੇ ਕੀਰਤਨ ਕਰੋ। ਆਖੋ ਸਹੀ ਸਭ ਧੰਦੇ ਛੱਡ ਦਿਓ, ਇਹਨਾਂ 'ਚ ਕੋਈ ਲੱਭਣਾ ਨਹੀਂ। ਜੋ ਗੁਰੂ ਸਾਹਿਬ ਨੇ ਦੇਣਾ ਹੈ ਉਹ ਕੀਰਤਨ 'ਚ ਹੀ ਬਖਸ਼ਿਸ਼ ਕਰ ਦੇਣਗੇ। ਕੀਰਤਨ ਕਰੋ। ਬਾਬਾ ਜੀ ਨੇ ਕਹਿੰਦੇ ਅੱਜ ਦਿਨ ਚੇਤੇ ਆਉਂਦੇ ਆ, ਪਰ ਉਹ ਦਿਨ ਬਾਬਾ ਜੀ ਦੇ ਨਾਲ ਉਸ ਸਮੇਂ ਸੀ ਔਖੇ, ਪਰ ਅੱਜ ਜਦੋਂ ਅਸੀਂ ਯਾਦ ਕਰਦੇ ਹਾਂ ਉਹ ਸਾਖੀਆਂ ਬਣੀਆਂ ਪਈਆਂ। ਆਖੋ ਸੀ ਉਹ ਸਾਰੇ ਦਿਨ ਸਾਡੇ ਜ਼ਿੰਦਗੀ ਦੇ ਇਤਿਹਾਸਕ ਬਣ ਗਏ, ਉਹਨਾਂ ਦਾ ਇਤਿਹਾਸ ਬਣ ਗਿਆ। ਜਿਹੜੇ ਸਾਧ ਸੰਗਤ ਵਿੱਚ ਗੁਜ਼ਰੇ, ਜਿਹੜੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਗੁਜ਼ਰੇ, ਇਹ ਕੜੀਆਂ ਭਾਗਾਂ ਵਾਲੀਆਂ, ਇਹ ਗੁਰੂ ਸਾਹਿਬ ਦੇ ਲੇਖੇ। ਸੰਗਤ ਦੇ ਵਿੱਚ ਗੁਰੂ ਸਾਹਿਬ ਦੇ ਲੇਖੇ ਨੇ। ਸਾਰੇ ਦਿਨ ਦਿਹਾੜੀਆਂ, ਸਾਰੇ ਸਮੇਂ। ਰੁੱਤ ਬੜੀ ਵਧੀਆ ਹੈ। ਕਥਾ ਕੀਰਤਨ ਭਗਤੀ ਸਿਮਰਨ ਦਾ ਵੀ ਦੇਖੀਦਾ ਵੀ ਜਿੱਥੇ ਮੌਸਮ ਨਾ ਬਹੁਤਾ ਗਰਮ ਹੋਵੇ। ਪੜਾਸ ਜੀ ਅੱਜ ਕੱਲ੍ਹ ਪੰਜਾਬ 'ਚ ਔਖਾ ਹੈ, ਬਹੁਤ ਔਖਾ ਹੁੰਦਾ ਹੈ। ਤੇ ਇੱਥੇ ਬੜਾ ਵਧੀਆ ਮੌਸਮ, ਬਰਸਾਤਾਂ ਪਈ ਜਾਂਦੀਆਂ, ਠੰਡ, ਕੋਈ ਕੰਬਲ ਕੁੰਬਲ ਲੈ ਕੇ ਉੱਤੇ ਸੌਣਾ ਪੈਂਦਾ। ਤੇ ਉੱਥੇ ਪੱਖੇ ਨਾਲ ਵੀ ਨਹੀਂ ਸਰਦਾ, ਫਿਰ ਏਸੀ ਨਾਲ ਵੀ ਨਹੀਂ ਕਈ ਵਾਰੀ ਸਰਦਾ, ਉਹਦੇ 'ਚ ਵੀ ਗਰਮੀ ਲੱਗਦੀ। ਤੇ ਇੱਥੇ ਗੁਰੂ ਸਾਹਿਬ ਨੇ ਕੁਦਰਤੀ ਸਾਰਾ ਕੁਝ ਮਿਹਰ ਕੀਤੀ। ਜਿੰਨਾ ਵੱਧ ਤੋਂ ਵੱਧ ਸਮਾਂ ਗੁਰੂ ਸੰਗਤ ਵਿੱਚ ਸੇਵਾ ਵਿੱਚ ਲੱਗ ਜੇ, ਉਹੀ ਘੜੀਆਂ ਸਫਲੀਆਂ, ਉਹੀ ਘੜੀਆਂ ਮਹਾਨ ਨੇ। ਇਹ ਕੀਮਤੀ ਘੜੀਆਂ ਨੇ। ਹੁਣ ਹੁਕਮਨਾਮਾ ਹੋਏਗਾ ਅੰਦਰ, ਤੇ ਸਾਰੀ ਸੰਗਤ ਨੇ ਪਾਠ ਕਰਨ ਕੇ ਆਰਾਮ ਕਰ ਲੈਣਾ 2 ਘੰਟੇ, ਤੇ 6 ਵਜੇ ਜ਼ਰੂਰ ਪਹੁੰਚ ਜਾਓ। ਅੱਜ ਮੇਰੇ ਖਿਆਲ ਸੰਗਰਾਂਦ ਹੈ, ਤੇ ਸੰਗਰਾਂਦ ਦਾ ਹੁਕਮਨਾਮਾ ਸੁਣ ਲਿਓ ਸਾਰੇ 6 ਵਜੇ ਆਣ ਕੇ। ਤੇ ਉਦੋਂ ਫਿਰ ਸਾਰੀਆਂ ਸੰਗਤਾਂ ਹੁਣ ਸੁਖਮਨੀ ਸਾਹਿਬ ਦੇ ਪਾਠ ਕਰੋ, ਹਜ ਸਗਾਇਓ, ਫਿਰ ਅੰਦਰ ਹੁਕਮਨਾਮਾ ਹੋਏਗਾ। ਹਜ ਸਗਾਇਓ ਸੰਤ